ਭੱਜਦੀ ਦੌੜਦੀ ਹੈ ਜ਼ਿੰਦਗੀ, ਮਾਪਿਆਂ ਕੋਲ ਬੱਚਿਆਂ ਲਈ ਸਮਾਂ ਨਹੀਂ, ਬੱਚਿਆਂ ਕੋਲ ਮਾਪਿਆਂ ਲਈ ਸਮਾਂ ਨਹੀਂ। ਆਪਣੇ ਤੋਂ ਦੂਰ ਤੇ ਮਨੁੱਖੀ ਰਿਸ਼ਤਿਆਂ ਦੀਆਂ ਕਮਜ਼ੋਰ ਪੈਂਦੀਆਂ ਤੰਦਾਂ। ਕੀ ਇਸ ਤਰ੍ਹਾਂ ਦਾ ਹੀ ਚਾਹੁੰਦੇ ਹਾਂ ਅਸੀਂ ਆਪਣਾ ਇੱਕ ਹੋਰ ਨਵਾਂ ਸਾਲ? ਨਹੀਂ ਨਾ। ਇਸ ਲਈ ਹੀ ਅਸੀਂ ਸਾਲ ਦਾ ਆਗਾਜ਼ ਇੱਕ ਅਜਿਹੀ ਪੇਸ਼ਕਸ਼ ਨਾਲ ਕਰਨਾ ਚਾਹੁੰਦੇ ਹਾਂ ਜਿਸ ਵਿੱਚ ਅਸੀਂ ਤੁਹਾਨੂੰ ਵਿਖਾਵਾਂਗੇ ਸਮਾਜ ਦੀ ਉਹ ਤਸਵੀਰ ਜਿਸ ਵਿੱਚ ਸਿਰਫ ਤੇ ਸਿਰਫ ਚੰਗਿਆਈਆਂ ਨੇ, ਜੋ ਆਪਣਾ ਵਾਰ ਕੇ ਦੂਜਿਆਂ ਨੂੰ ਖੁਸ਼ੀ ਦੇ ਕੇ ਖੁਸ਼ੀ ਪਾਲਦੇ ਨੇ। ਤੇ ਨਾਲ ਹੀ ਕੁਝ ਅਜਿਹੀਆਂ ਚੀਜ਼ਾਂ ਤੋਂ ਵੀ ਰੂਬਰੂ ਕਰਵਾਵਾਂਗੇ ਜਿਸ ਨੂੰ ਵੇਖ ਕੇ ਤੁਸੀਂ ਆਪ ਹੀ ਕਹਿ ਉਠੋਗੇ ਕਿ ਕੀ ਹੈ ਇਹ, ਅਜਬ ਗਜਬ ਹੈ। जिंदगी क्या बात है, जिंदगी क्या बात है, जिंदगी। ये है राजवीर सिंह। राजवीर अमृतसर ਦੇ ਵਿੱਚ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ, ਪਰ ਕਈ ਵਾਰ ਰਾਜਵੀਰ ਨੂੰ ਅਖਬਾਰਾਂ ਦੇ ਵਿੱਚ ਉਸਦੇ ਛਪਦੇ ਲੇਖਾਂ ਦੇ ਕਰਕੇ ਪਛਾਣਨ ਵਾਲੇ ਗਾਹਕ ਵੀ ਮਿਲ ਜਾਂਦੇ ਨੇ। ਇਹਨਾਂ ਨੇ ਇਸ ਵਿਲੱਖਣ ਰਿਕਸ਼ੇ ਵਾਲੇ ਨੇ ਰਿਕਸ਼ੇ ਦੀ ਸੀਟ ਦੇ ਹੇਠਾਂ ਇੱਕ ਗੋਲਕ ਵੀ ਰੱਖੀ ਹੈ ਜਿਸ ਦੇ ਵਿੱਚ ਉਹ ਆਪਣੀ ਮਿਹਨਤ ਤੇ ਦਾਨ ਪੁੰਨ ਦੇ ਪੈਸੇ ਜੋੜ ਕੇ ਜ਼ਰੂਰਤਮੰਦ ਲੋਕਾਂ ਦੀ ਭਰਪੂਰ ਮਦਦ ਵੀ ਕਰਦਾ ਹੈ। ਜਿਹੜੀ ਮੇਰੀ ਕਿਰਤ ਹੈ ਰਿਕਸ਼ਾ ਚਲਾਉਣ ਦੀ, ਮੈਂ ਪਿਛਲੇ 10 ਸਾਲ ਤੋਂ ਚਲਾ ਰਿਹਾ ਹਾਂ ਤੇ ਬਾਕੀ ਮੈਂ ਸ਼ੁਰੂ ਤੋਂ ਹੀ ਗੁਰਬਾਣੀ ਗੁਰੂ ਦੇ ਨਾਲ ਜੁੜਿਆ ਹੋਇਆ ਹਾਂ। ਜੇ ਸਾਡੇ ਗੁਰੂ ਨਾਨਕ ਸਾਹਿਬ ਜੀ ਨੇ ਸਿਧਾਂਤ ਦਿੱਤਾ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ, ਉਸ ਔਰ ਗੁਰਬਾਣੀ ਇਹ ਵੀ ਕਹਿੰਦੀ ਹੈ ਕਿ ਘਾਲ ਖਾਏ ਕੇ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਆਪਾਂ ਸੱਚੀ ਸੁੱਚੀ ਕਿਰਤ ਕਰਦੇ ਹਾਂ, ਉਹਦੇ ਨਾਲ ਹੀ ਆਪਣੀ ਕਮਾਈ ਦਾ ਜਿੰਨਾ ਵੀ ਦਸਵੰਧ ਹੁੰਦਾ ਗੁਰੂ ਦੇ ਹੁਕਮਾਂ ਅਨੁਸਾਰ ਉਹ ਕੱਢਦੇ ਆ। ਉਹ ਇੱਕ ਗੋਲਕ ਲਗਾਈ ਹੋਈ ਹੈ ਜਿਹਦੇ ਉੱਤੇ ਲਿਖਿਆ ਸਿਰਫ ਲੋੜਵੰਦਾਂ ਦਾ ਹੀ, ਉਹ ਆਪਾਂ ਜੋ ਵੀ ਲੋੜਵੰਦ ਮਿਲਦਾ ਹੈ ਉਹਨੂੰ ਦਿੰਦੇ ਹਾਂ। ਔਰ ਇਸ ਤਰ੍ਹਾਂ ਮੇਰੇ ਨਾਲ ਹੋਰ ਵੀ ਕਈ ਗੁਰੂ ਦੇ ਪਿਆਰੇ ਰੱਬ ਦੇ ਪਿਆਰੇ ਜੁੜੇ ਹੋਏ ਨੇ। ਰਾਜਵੀਰ ਦੇ ਮੁਤਾਬਿਕ ਉਸ ਨੂੰ ਅਜਿਹਾ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਹੈ। ਉਹ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦਾ ਰਹੇਗਾ। ਇਸ ਹੋਣਹਾਰ ਰਿਕਸ਼ਾ ਚਾਲਕ ਦੀ ਇੱਕ ਕਿਤਾਬ ਵੀ ਜਲਦ ਹੀ ਪਾਠਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਇਸ ਦਾ ਨਾਮ ਹੈ ਰਿਕਸ਼ੇ ਤੇ ਚੱਲਦੀ ਮੇਰੀ ਜ਼ਿੰਦਗੀ। ਜਿਸ ਤਰ੍ਹਾਂ ਮੈਂ ਰਿਕਸ਼ਾ ਚਲਾਉਣਾ, ਮੇਰੇ ਰਿਕਸ਼ੇ ਤੇ ਕਈ ਤਰ੍ਹਾਂ ਦੀਆਂ ਸਵਾਰੀਆਂ ਬਹਿੰਦੀਆਂ ਸਵੇਰ ਤੋਂ ਸ਼ਾਮ ਤੱਕ। ਉਹਦੇ ਵਿੱਚ ਕਈ ਤਰ੍ਹਾਂ ਦੇ ਚੰਗੇ ਲੋਕ ਵੀ ਹੁੰਦੇ ਆ, ਕੋਈ ਇਸ ਤਰ੍ਹਾਂ ਦੇ ਹੁੰਦੇ ਆ, ਕੋਈ ਪੈਸਾ ਘੱਟ ਦਿੰਦਾ, ਕੋਈ ਵੱਧ ਦਿੰਦਾ, ਕੋਈ ਸੌਦੇਬਾਜ਼ੀ ਕਰਦਾ, ਕਈ ਇਸ ਤਰ੍ਹਾਂ। ਉਹਨਾਂ ਸਾਰਿਆਂ ਦਾ ਐਕਸਪੀਰੀਅੰਸ ਜਿਹੜਾ ਮੈਂ ਦੇਖਦਾ ਜਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ, ਉਹਨੂੰ ਸਾਰਿਆਂ ਨੂੰ ਮੈਂ ਆਪਣੇ ਇੱਕ ਰਜਿਸਟਰ ਰੱਖਿਆ ਹੋਇਆ ਵਿੱਚ ਆਪਣੇ ਰਿਕਸ਼ੇ ਦੇ ਬਾਡੀ ਦੇ ਵਿੱਚ ਇੱਕ ਡਾਇਰੀ ਆ, ਉਹਦੇ ਵਿੱਚ ਨੋਟ ਕਰ ਲੈਣਾ। ਫਿਰ ਜਿੱਥੇ ਕਿਤੇ ਮੈਨੂੰ ਵਿਹਲਾ ਸਮਾਂ ਮਿਲਦਾ ਉੱਥੇ ਮੈਂ ਲਿਖਣ ਦਾ ਕੰਮ ਕਰਦਾ, ਉਹਨੂੰ ਸਾਰੇ ਨੂੰ ਇੱਕ ਲੇਖ ਦਾ ਰੂਪ ਦਿੰਦਾ ਹੈ। ਜਾਂ ਮੈਂ ਸ਼ਾਮ ਨੂੰ ਜਦੋਂ ਘਰ ਜਾਂਦਾ ਹਾਂ ਕੰਮ ਕਰਕੇ ਤੇ ਉਦੋਂ ਰਾਤ ਨੂੰ ਸੌਣ ਲੱਗਿਆ ਮੈਂ ਥੋੜਾ ਟਾਈਮ ਕੱਢ ਕੇ ਤੇ ਉਦੋਂ ਲਿਖਦਾ। ਰਾਜਵੀਰ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਉਸ ਦੇ ਨਾਲ ਜੁੜਨ ਦੀ ਗੱਲ ਕਹਿੰਦਿਆਂ ਇਹ ਦੱਸਿਆ ਕਿ ਜ਼ਰੂਰਤਮੰਦ ਲੋਕ ਅਨੇਕਾਂ ਨੇ, ਇਸ ਲਈ ਸਾਨੂੰ ਸਾਰਿਆਂ ਨੂੰ ਇਕਜੁੱਟਤਾ ਦੇ ਨਾਲ ਇਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਹੋਰ ਚੰਗੇ ਜਿਹੜੇ ਸਮਾਜ ਸੇਵੀ ਹੈਗੇ ਨੇ, NGO ਹੈਗੇ ਨੇ, ਉਹ ਵੀ ਅਗਰ ਜੁੜਨਾ ਚਾਹਣ ਤਾਂ ਜੁੜ ਸਕਦੇ ਨੇ, ਕਿਉਂਕਿ ਲੋੜਵੰਦ ਬਹੁਤ ਨੇ। ਦੁਨੀਆ ਦੁੱਖਾਂ ਦੀ ਭਰੀ ਹੋਈ ਆ। ਕਿਉਂਕਿ ਮੈਂ ਹਸਪਤਾਲਾਂ 'ਚ ਵੀ ਜਾ ਕੇ ਵੇਖਿਆ, ਉੱਥੇ ਵੀ ਲੋਕ ਕੁਰਲਾ ਰਹੇ ਨੇ, ਇਲਾਜ ਕੋਲੋਂ ਮਰ ਰਹੇ ਨੇ, ਕਈ ਹੋਰ ਤਰ੍ਹਾਂ ਦੀਆਂ ਬੜੀਆਂ ਲੋੜਾਂ ਨੇ। ਹੋਰ ਅਗਰ ਸਾਡਾ ਦਾਇਰਾ ਵਿਸ਼ਾਲ ਹੋਵੇਗਾ ਤਾਂ ਸੇਵਾ ਹੋਰ ਵਧੇਗੀ, ਪਰਉਪਕਾਰ ਹੋਰ ਵਧੇਗਾ, ਦੁਨੀਆ ਦਾ ਭਲਾ ਹੋਵੇਗਾ। ਜੇਕਰ ਜਜ਼ਬਾ ਹੋਵੇ ਤਾਂ ਹਰ ਇੱਕ ਚੀਜ਼ ਮੁਨਾਸਿਬ ਹੁੰਦੀ ਹੈ। ਜੇਕਰ ਸਮਾਜ ਸੇਵਾ ਕਰਨੀ ਹੈ ਤੇ ਉਹ ਰਿਕਸ਼ੇ ਦੇ ਉੱਤੇ ਵੀ ਕੀਤੀ ਜਾ ਸਕਦੀ ਹੈ। ਸੋਸ਼ਲ ਮੀਡੀਆ ਨੇ ਜਿੱਤੇ ਆਪਣਿਆਂ ਨੂੰ ਆਪਣੇ ਨਾਲ ਜੋੜ ਕੇ ਵੀ ਦੂਰ ਕਰ ਦਿੱਤਾ ਹੈ ਤਾਂ ਇਸ ਦਾ ਦੂਜਾ ਪਹਿਲੂ ਬਹੁਤ ਹੀ ਸੁਖਦਾਇਕ ਵੀ ਹੈ। ਇਸ ਨੇ ਕਈ ਵਿਛੜਿਆਂ ਨੂੰ ਵੀ ਆਪਣਿਆਂ ਤੋਂ ਮਿਲਵਾਇਆ ਹੈ। ਇਸ ਦੀ ਅਜਿਹੀ ਸਾਰਥਕਤਾ ਵੇਖਣ ਨੂੰ ਮਿਲੀ ਸੰਗਰੂਰ ਵਿਖੇ, ਜਿੱਥੇ ਇੱਕ RTI ਐਕਟਿਵਿਸਟ ਅਤੇ ADC ਸੰਗਰੂਰ ਨੇ ਮਹੀਨਿਆਂ ਤੋਂ ਲਾਪਤਾ ਤਮਿਲਨਾਡੂ ਦੀ ਉਸ ਮਹਿਲਾ ਦੀ ਘਰ ਵਾਪਸੀ ਕਰਵਾਈ ਜਿਸ ਦੀ ਨਾ ਭਾਸ਼ਾ ਸਮਝ ਆਉਂਦੀ ਸੀ ਤੇ ਨਾ ਹੀ ਜਿਸ ਦਾ ਕੋਈ ਥੋੜ ਠਿਕਾਣਾ ਸੀ। ਕਿਵੇਂ ਹੋਇਆ ਇਹ ਸਭ ਕੁਝ ਸੰਭਵ? ਆਓ ਵੇਖਦੇ ਹਾਂ। बहुत तेज तेज बोल रही ये औरत जिसकी भाषा सानू समझ नहीं आ रही, थोड़ी देर बाद भावक हो रही है। ये 22 अगस्त तो संगरूर पिंगलवाड़े विच रह रही है। इसकी भाषा का किसी नू समझ ना आना इस लिए एक बड़ी समस्या बनया होया सी। पर जिवें ही सुनाम तो RTI एक्टिविस्ट जतिंदर जैन नूं इस सब पता लग्या तो उन्हां तुरंत जिथे प्रशासन नूं इस तो जाणू करवाया, उत्थे इस नूं फेसबुक ते WhatsApp जरिए लोकां दे ध्यान विच भी लिआंदा। ADC संगरूर ने भी इस पीड़ित नाल गलबात करके इस दी भाषा नूं समझ के इस दे घर-बार नूं ਲੱਭਣ ਲਈ फेसबुक ते WhatsApp ਦਾ सहारा लिया।
ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਮਹੀਨਿਆਂ ਤੋਂ ਪਹਿਲਾਂ ਆਗਰਾ, ਫਿਰ ਬਠਿੰਡਾ ਤੇ ਹੁਣ ਸੰਗਰੂਰ ਵਿੱਚ ਮਾਰੀ-ਮਾਰੀ ਫਿਰ ਪੀੜਤਾ ਊਸ਼ਾ ਦਾ ਘਰ 2 ਘੰਟਿਆਂ ਵਿੱਚ ਹੀ ਟਰੇਸ ਹੋ ਗਿਆ। ਸੋਸ਼ਲ ਮੀਡੀਆ ਨੇ ਬਜਰੰਗੀ ਭਾਈਜਾਨ ਦਾ ਰੋਲ ਅਦਾ ਕਰਦੇ ਹੋਏ ਇੱਕ ਮਿਸਾਲ ਕਾਇਮ ਕਰ ਦਿੱਤੀ। ਹੁਣ ਇਸ ਪੀੜਤ ਦੇ ਪਰਿਵਾਰ ਵਾਲੇ ਜਲਦੀ ਇਸ ਨੂੰ ਲੈਣ ਲਈ ਸੰਗਰੂਰ ਪਹੁੰਚਣਗੇ। ਕਿਸੇ ਪਰਸਨ ਵਾਸਤੇ ਜਦੋਂ ਪਿੰਗਲਵਾੜੇ 'ਚ ਆਇਆ ਤਾਂ ਮੈਨੂੰ ਪਤਾ ਲੱਗਿਆ, ਮੈਂ ਉਸੇ ਦਿਨ ਹੀ ਸੰਕਲਪ ਲੈ ਕੇ ਚੱਲਿਆ ਸੀ ਕਿ ਇਸ ਬੇਸਹਾਰਾ ਲੜਕੀ ਨੂੰ ਮੈਂ ਬਹੁਤ ਜਲਦ ਇਹਦੇ ਘਰ ਨੂੰ ਪਹੁੰਚਾਊਂਗਾ। ਔਰ ਮੇਰਾ ਉਹ ਪ੍ਰਯਾਸ ਕਿਤੇ ਨਾ ਕਿਤੇ 1 ਘੰਟੇ ਦੇ ਵਿੱਚ ਪੂਰਾ ਹੋਇਆ। ਜਦੋਂ ਮੈਂ ਇਸ ਨੂੰ ਸੋਸ਼ਲ ਮੀਡੀਆ ਦੇ ਵਿੱਚ ਤੇ ਨਿਊਜ਼ ਮੀਡੀਆ ਦੇ ਵਿੱਚ ਲੈ ਕੇ ਗਿਆ, ਕੋਲੇ ਇੰਨੀ ਫੋਨ ਕਾਲਸ ਆਈਆਂ ਜਿਹੜੀ ਮੈंने ਕਦੀ ਜ਼ਿੰਦਗੀ 'ਚ ਨਹੀਂ ਸੁਣੀਆਂ। ਉਸ ਤੋਂ ਇਲਾਵਾ ਲੋਕਾਂ ਨੇ ਇਹਦੇ ਐਡਰੈਸ, ਲੋਕਾਂ ਨੇ ਉੱਥੇ ਦੀ ਐਡਮਿਨਿਸਟ੍ਰੇਸ਼ਨ ਨੂੰ, ਉੱਥੇ ਦੀ ਪੁਲਿਸ ਡਿਪਾਰਟਮੈਂਟ ਨੂੰ, ਈਵਨ ਬਹੁਤ ਲੋਕਾਂ ਨੇ ਪੰਜਾਬੀ, ਹਿੰਦੀ, ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਕੇ ਔਰ ਕਈ ਤਰੀਕਿਆਂ ਨਾਲ ਈਵਨ ਮੈਥੋਂ ਉੱਥੇ ਦੇ ਲੋਕਾਂ ਨੇ ਵੀ ਮੈਨੂੰ ਕਾਲ ਕੀਤਾ ਕਿ ਅਸੀਂ ਇਹਦਾ ਐਡਰੈਸ ਲੱਭ ਸਕਦੇ ਹਾਂ। ਤੋਂ ਉਸ ਤੋਂ ਇਲਾਵਾ ਬਹੁਤ ਲੋਕਾਂ ਦੀ ਕਾਲਸ ਦੇ ਨਾਲ ਸੋਸ਼ਲ ਮੀਡੀਆ ਨੇ ਬਹੁਤ ਵੱਡਾ ਪਲੇ ਕੀਤਾ। ਇੰਨੀ ਫੋਨ ਕਾਲਸ ਆਈਆਂ। ਅਲਟੀਮੇਟਲੀ ਅਸੀਂ 2 ਘੰਟੇ ਦੇ ਵਿੱਚ ਹੀ ਇਹਦੇ ਐਡਰੈਸ ਨੂੰ ਟਰੇਸ ਆਊਟ ਕਰ ਲਿਆ। मैं उधर जाके चेक कर लिया उन्होंने, तो मैं सारे जानकारी ले लिया उन्होंने परिवार का बारे। वो इन्फॉर्मेशन सारे मैं तमिलनाडु ऑफिसर का व्हाट्सएप ग्रुप में शेयर कर लिया। 2 घंटे में DC अंबतूर ट्रेस आउट कर लिया उन्होंने परिवार, उन्होंने नाल तालमेल हो गए। सोशल मीडिया का रोल बहुत बड़ा है। एक सारे डिटेल मैं कलेक्ट करके सोशल मीडिया व्हाट्सएप शेयर कर लिया। 2 घंटे का टाइम उन्हों का परिवार ट्रेस हो गए। ਪੀੜਤ ਊਸ਼ਾ ਨੂੰ 21 ਅਗਸਤ 2015 ਨੂੰ ਬਾਲਿਆਂਵਾਲੀ ਦੇ ਪ੍ਰਧਾਨ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭਟਕ ਰਹੀ ਇਸ ਬੇਸਹਾਰਾ ਔਰਤ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ। ਥਾਣੇ ਵਿੱਚ ਰਿਪੋਰਟ ਤੋਂ ਬਾਅਦ ADC ਬਠਿੰਡਾ ਦੇ ਹੁਕਮਾਂ ਤੇ ਔਰਤ ਦੀ ਸਾਂਭ ਸੰਭਾਲ ਲਈ ਸੰਗਰੂਰ ਪਿੰਗਲਵਾੜਾ ਬ੍ਰਾਂਚ ਭੇਜਿਆ ਗਿਆ ਸੀ। ਪੁਲਿਸ ਦੀ ਕਾਰਵਾਈ ਮਹਿਜ ਖਾਨਾ ਪੂਰਤੀ ਤੱਕ ਸੀਮਤ ਰਹੀ। ਪਿੰਗਲਵਾੜਾ ਦੇ ਸੇਵਾਦਾਰਾਂ ਵੱਲੋਂ ਇਸ ਦੀ ਪੂਰੀ ਸੇਵਾ ਸੰਭਾਲ ਕੀਤੀ ਗਈ। PTC ਨਿਊਜ਼ ਦੀ ਟੀਮ ਨੇ ਇਸ ਔਰਤ ਨਾਲ ਗੱਲ ਕਰਨ ਲਈ ਭਾਈ ਗੁਰਦਾਸ ਨਰਸਿੰਗ ਕਾਲਜ ਦੇ ਵਾਈਸ ਪ੍ਰਿੰਸੀਪਲ ਦੀ ਮਦਦ ਲਈ, ਜਿਨ੍ਹਾਂ ਇਸ ਨਾਲ ਗੱਲ ਕਰਨ ਤੇ ਦੱਸਿਆ ਕਿ ਇਸ ਦਾ ਨਾਮ ਊਸ਼ਾ ਹੈ ਤੇ ਇਹ ਸਾਊਥ ਵਿੱਚ ਕੋਟੂ ਪਿੰਡ ਦੀ ਰਹਿਣ ਵਾਲੀ ਹੈ। அம்பத்தூர் பற்றவாக்கம் சென்னை. எப்படி இங்கே வந்தீங்க அதை தெளிவாக சொல்லுங்கள். எங்க சூனிய மந்திரம் பண்ணி போலீஸ்காரங்களை சூனிய மந்திரம் கட்டி கட்டி அங்கே இட்டுன்னு வந்து விட்டான். ஒரு வீட்டில் போய் பாதுகாப்பாக உக்காந்துருந்தேன். அந்த வீட்டில் இருக்கவங்களோட சூனிய மந்திரம் பண்ணி போலீஸ்காரை இட்டுன்னு வந்து விட்டான். She is telling somebody did some black magic and forced her to come to her parents' home. From there, one person called her saying that he is going for all India tour, like a trip, like holy places and visit all the places. And this fellow taken her to Agra. From Agra, that fellow was missing, and this lady, she wanted to go home. She has requested to this fellow, but this fellow finally he has absconded. ਇਹ ਲੜਕੀ ਸਾਡੇ ਕੋਲ ਆਈ ਸੀ ਤੇ ਉਸ ਤੋਂ ਬਾਅਦ ਇੱਥੇ ਆਏ ਦੇ ਲਈ ਅਸੀਂ ਢੂੰਡਦੇ ਰਹਿ ਕੇ ਇਹਨਾਂ ਦਾ ਮਲਕੀ ਕੌਣ ਹੈ, ਤੇ ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਲੱਗਾ ਤੇ ਹੁਣ ਕੁਛ ਉਹਦਾ ਸੁਰਾਗ ਮਿਲ ਰਿਹਾ ਹੈ ਤੇ ਉਹ ਸਾਨੂੰ ਸ਼ਾਇਦ ਹੈ ਉਹ ਉਹਨਾਂ ਦੇ ਘਰ ਦੇ ਲੈਣ ਵੀ ਆਉਣ ਤੇ ਜਦੋਂ ਲਾਏ ਅਸੀਂ ਉਹਨਾਂ ਨੂੰ ਭੇਜ ਦਿਆਂਗੇ। ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣ ਦਾ ਲਾਲਚ ਦੇ ਕੇ ਇਸ ਨੂੰ ਲਿਆਂਦਾ ਗਿਆ, ਪਰ ਆਗਰੇ ਇਸ ਨੂੰ ਛੱਡ ਦਿੱਤਾ ਗਿਆ, ਜਿਸ ਤੋਂ ਮਗਰੋਂ ਇਹ ਲਗਾਤਾਰ ਇੱਕ ਥਾਂ ਤੋਂ ਦੂਜੀ ਥਾਂ ਤੇ ਭਟਕ ਰਹੀ ਸੀ। ਸੋਸ਼ਲ ਮੀਡੀਆ ਦੀ ਸਾਰਥਕਤਾ ਮਲੇਰਕੋਟਲਾ ਵਿਖੇ ਵੀ ਪ੍ਰਮਾਣਿਤ ਹੋਈ। ਇੱਥੇ 10ਵੀਂ 'ਚ ਕਦੇ ਇਕੱਠੀਆਂ ਪੜ੍ਹੀਆਂ ਸਹੇਲੀਆਂ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਵਿਛੜ ਕੇ ਫਿਰ ਮਿਲਣਗੀਆਂ। ਤੇ ਇਹ ਸਭ ਹੋਇਆ 10ਵੀਂ ਕਲਾਸ ਵਿੱਚ ਪੜ੍ਹਨ ਵਾਲੀਆਂ ਸਹੇਲੀਆਂ ਦੇ ਨਾਲ, ਜੋ ਕਿ 26 ਸਾਲ ਪਹਿਲਾਂ ਮਲੇਰਕੋਟਲਾ ਤੋਂ ਵਿਆਹ ਕੇ ਵੱਖ-ਵੱਖ ਸ਼ਹਿਰਾਂ ਵਿੱਚ ਚਲੀ ਗਈਆਂ ਸਨ। ਪਰ ਸੋਸ਼ਲ ਮੀਡੀਆ ਦੀ ਮਦਦ ਨਾਲ ਇਹ ਸਹੇਲੀਆਂ ਫਿਰ ਤੋਂ ਇਕੱਠਾ ਹੋਈਆਂ। ਇਹ ਕੋਈ 1, 2 ਜਾਂ 4 ਸਹੇਲੀਆਂ ਨਹੀਂ ਨੇ, ਬਲਕਿ ਪੂਰੀ 40 ਸਹੇਲੀਆਂ ਨੇ। ਜਦ ਇਹ 40 ਸਹੇਲੀਆਂ ਸੋਸ਼ਲ ਮੀਡੀਆ ਦੇ ਕਰਕੇ ਮਿਲੀਆਂ ਤਾਂ ਨਜ਼ਾਰਾ ਦੇਖਣ ਵਾਲਾ ਸੀ।
ਵੈਸੇ ਤਾਂ ਅਸੀਂ ਮਲੇਰਕੋਟਲੇ ਦੇ ਸਾਰੇ ਫਰੈਂਡਸ ਹਾਂ, ਪਰ ਇਸ ਵੇਲੇ ਅਸੀਂ ਲੁਧਿਆਣਾ ਮੈਰਿਡ ਹਾਂ। ਅਸੀਂ ਸਾਰੇ ਫਰੈਂਡ ਜਿਹੜੇ 25 ਸਾਲ ਪਹਿਲਾਂ ਵਿਆਹ ਕੇ ਅਲੱਗ-ਅਲੱਗ ਸ਼ਹਿਰਾਂ 'ਚ ਪਹੁੰਚ ਗਏ ਸੀ, ਅਲੱਗ-ਅਲੱਗ ਸਟੇਟਸ 'ਚ ਪਹੁੰਚ ਗਏ ਸੀ, ਇੱਕ ਵਾਰ ਦੁਬਾਰਾ ਇਕਜੁੱਟ ਹੋ ਗਏ ਆ ਤੇ ਸਾਰੇ ਇਕੱਠੇ ਹੋ ਗਏ ਆ। ਕੁਝ ਫਰੈਂਡ ਸਾਡੇ ਨਾਈਜੀਰੀਆ ਤੋਂ, USA ਤੋਂ, ਕੁਝ ਕੈਨੇਡਾ ਵੀ ਬੈਠੇ ਨੇ, ਪਰ ਸਾਰੇ ਹੁਣ ਇਕੱਠੇ ਹੋ ਗਏ ਆ। ਹੁਣ ਅਸੀਂ ਜਿਹੜੇ ਇੱਥੇ ਇਕੱਠੇ ਹੋਏ ਆ, ਬਠਿੰਡਾ, ਪਟਿਆਲਾ, ਲੁਧਿਆਣਾ, ਦਿੱਲੀ, ਬੰਬੇ, ਸਾਰੇ ਮਿਲ ਕੇ, ਚੰਡੀਗੜ੍ਹ ਤੋਂ ਵੀ ਦੂਰ ਤੋਂ ਅਸੀਂ ਦਿਨ ਫਿਕਸ ਕਰਦੇ ਆ ਤੇ ਅਸੀਂ ਇੱਥੇ ਇਕੱਠੇ ਹੁੰਦੇ ਆ ਔਰ ਗੈਟ ਟੂਗੇਦਰ ਕਰਦੇ ਆ। ਉਸ ਤੋਂ ਇਲਾਵਾ ਅਸੀਂ ਚੈਰਿਟੀ ਥੋੜੀ ਜਿਹੀ ਸ਼ੁਰੂ ਕੀਤੀ ਹੈ ਕਿ ਭਗਵਾਨ ਦੀ ਪਰਮਾਤਮਾ ਦੀ ਮਿਹਰ ਨਾਲ ਸਾਰੇ ਅੱਛੇ ਘਰਾਂ 'ਚ ਹਾਂ, ਸਾਰੇ ਵੈਲ ਸੈਟਲਡ ਹਾਂ। ਲਾਭ ਕਿਵੇਂ ਤੁਹਾਡਾ? ਸਾਡਾ ਮਿਲਾਪ WhatsApp ਤੇ Facebook ਤੇ ਸਾਡੇ 1-2 ਫਰੈਂਡਸ ਨੇ ਜਿਹਨੂੰ ਅਸੀਂ ਗਰੁੱਪ ਐਡਮਿਨ ਕਹਿੰਦੇ ਆ, ਉਹਨਾਂ ਨੇ ਸਾਨੂੰ 1-2 ਕਰਦੇ ਲੜੀ ਜੁੜਦੀ ਗਈ ਤੇ ਸਾਰੇ ਇਕੱਠੇ ਹੁੰਦੇ ਗਏ। ਹੁਣ ਅਸੀਂ ਤਕਰੀਬਨ 40 ਦੇ ਕਰੀਬ ਫਰੈਂਡਸ ਹਾਂ। ਬਹੁਤ ਜ਼ਿਆਦਾ ਮਨ ਨੂੰ ਸ਼ਾਂਤੀ ਜ਼ਿਆਦਾ ਜ਼ਰੂਰੀ ਹੈ ਖੁਸ਼ੀ ਨਾਲੋਂ, ਔਰ ਸਾਰੇ ਫਰੈਂਡਸ ਮਿਲਦੇ ਆ। ਬਹੁਤ ਚੇਂਜ ਆ ਗਿਆ, ਬੱਚੇ ਵੱਡੇ ਹੋ ਗਏ, ਪਰ ਅਸੀਂ ਫਿਰ ਦੁਬਾਰਾ ਉਸ ਬਚਪਨ 'ਚ ਵਾਪਸ ਆ ਗਏ ਹਾਂ 25 ਸਾਲਾਂ ਬਾਅਦ। ਜਿੱਥੇ ਇਹਨਾਂ ਨੇ ਆਪਣੇ ਸੁੱਖ ਦੁੱਖ ਫਰੋਲੇ, ਪੁਰਾਣੇ ਦਿਨ ਯਾਦ ਕੀਤੇ, ਉੱਥੇ ਹੀ ਸਮਾਜ ਦੀ ਬਿਹਤਰੀ ਲਈ ਉਦਮ ਵੀ ਕਰ ਦਿੱਤਾ। ਜੀ ਹਾਂ, ਇਹਨਾਂ 40 ਸਹੇਲੀਆਂ ਨੇ ਆਪਣੀ ਖੁਸ਼ੀ ਨੂੰ ਸਾਂਝਾ ਕਰਨ ਦੇ ਲਈ ਆਪਣੇ ਇਲਾਕੇ ਦੇ ਇੱਕ ਬਲਾਈਂਡ ਸਕੂਲ ਦੇ ਵਿੱਚ ਜ਼ਰੂਰੀ ਵਸਤਾਂ ਵੀ ਤਕਸੀਮ ਕੀਤੀਆਂ। SS ਜੈਨ ਗਰਲਸ ਸਕੂਲ ਦੇ ਵਿੱਚ 10ਵੀਂ ਕੀਤੀ। ਉਸ ਟਾਈਮ ਵੀ ਅਸੀਂ ਬਹੁਤ ਹੀ ਕਲੋਜ਼ ਸੀ। ਸਾਡਾ ਬੈਚ ਹੈ ਜਿਹੜਾ ਬਿਲਕੁਲ ਜਾਣਿਆ ਜਾਂਦਾ ਸੀ ਕਿ ਸਾਡੀ ਕਲੋਜ਼ ਆਪਸ 'ਚ ਬਹੁਤ ਹਾਂ, ਅਸੀਂ ਫਰੈਂਡਸ ਬੜੇ ਅੱਛੇ ਸੀ। ਕਿੱਦਾਂ ਮਿਲੇ ਜੀ? ਇਸ ਟਾਈਮ ਅਸੀਂ WhatsApp ਤੇ ਸੋਸ਼ਲ ਮੀਡੀਆਜ਼, Facebook, ਉਹਨਾਂ ਨੇ ਸਾਡੇ ਕੁਝ ਫਰੈਂਡਸ ਐਡਮਿਨ ਬਣੇ ਤੇ ਉਹਨਾਂ ਨੇ ਉਪਰਾਲਾ ਕੀਤਾ। ਫਿਰ ਸਾਰਿਆਂ ਨੂੰ ਹੌਲੀ ਕਰਦੇ 1-2 ਕਰਦੇ ਕੜੀ ਜੁੜਦੀ ਗਈ ਤੇ ਇਸ ਟਾਈਮ ਅਸੀਂ ਤਕਰੀਬਨ 40 ਤੋਂ ਵੱਧ ਫਰੈਂਡਸ ਹਨ ਜਿਹੜੇ ਆਪਸ 'ਚ ਕੰਟੈਕਟ ਦੇ ਵਿੱਚ ਆ। ਫਿਰ ਉਸ ਤੋਂ ਬਾਅਦ ਵਿਚਾਰ ਮਿਲੇ ਤੇ ਸੋਚਿਆ ਮਿਲਦੇ ਆ ਇਕੱਠੇ, ਕੋਈ ਗੈਟ ਟੂਗੇਦਰ ਕਰਦੇ ਆ, ਕੁਝ ਡੋਨੇਸ਼ਨ, ਚੈਰਿਟੀ, ਉਹ ਵੀ ਸਜੈਸ਼ਨਸ ਦਿੱਤੇ ਫਰੈਂਡਸ ਨੇ। ਤੇ ਫਰੈਂਡਸ ਦੇ ਸਜੈਸ਼ਨ ਨਾਲ ਬਲਾਈਂਡ ਸਕੂਲ ਦੇ ਵਿੱਚ 11 ਬੈਡਿੰਗਸ, 11 ਬਿਸਤਰੇ ਉਹਨਾਂ ਨੂੰ ਦਿੱਤੇ, ਕੁਝ ਰਜਿਸਟਰ, ਪੈਨਸ, ਜਿਹੜੀ ਸਟੇਸ਼ਨਰੀ ਦਿੱਤਾ ਤੇ ਇਹ ਅਹਿਦ ਲਿਆ ਕਿ ਹਰ ਸਾਲ ਉਹ ਐਸੇ ਤਰ੍ਹਾਂ ਇਕੱਠੇ ਹੋ ਕੇ ਲੋਕਾਂ ਦੀ ਮਦਦ ਕਰਨ ਦਾ ਉਪਰਾਲਾ ਕਰਨਗੀਆਂ ਤੇ ਆਪਣੀ ਜ਼ਿੰਦਗੀ ਦੇ ਕੁਝ ਪਲ ਇਕੱਠੇ ਸਾਂਝਾ ਕਰਨਗੀਆਂ। ਸਾਰੀ ਇਹ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ ਆ। ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਬੇहद ਵਾਇਰਲ ਹੋਇਆ, ਜਿਸ ਵਿੱਚ ਕੁਝ ਸਿੱਖ ਨੌਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਆਪਣੀ ਪਗੜੀ ਨੂੰ ਹੀ ਹਥਿਆਰ ਬਣਾ ਕੇ ਪਾਣੀ ਵਿੱਚ ਡੁੱਬ ਰਹੇ ਨੌਜਵਾਨਾਂ ਦੀ ਜਾਨ ਬਚਾਈ। ਉਹਨਾਂ ਬਹਾਦਰ ਨੌਜਵਾਨਾਂ ਦੀ ਬਹਾਦਰੀ ਨੂੰ ਸਲਾਮ। ਸਿੱਖਾਂ ਦੀ ਬਹਾਦਰੀ ਦੇ ਕਾਰਨਾਮੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਨੇ। ਇੱਕ ਮਾਮਲਾ ਸਾਹਮਣੇ ਕਰਕੇ ਬਾਹਰ ਕੱਢ ਲਿਆ ਗਿਆ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਤੇ ਸੈਂਕੜੇ ਹੀ ਗਣਪਤੀ ਜੀ ਉਹ ਵਿਸਰਜਨ ਵਾਸਤੇ ਗਏ ਸੀਗੇ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸ਼ਰਧਾਲੂ ਸੀਗੇ ਜੋ ਇਸ਼ਨਾਨ ਵੀ ਕਰ ਰਹੇ ਸੀ, ਗਣੇਸ਼ ਵਿਸਰਜਨ ਵੀ ਕਰ ਰਹੇ ਸੀਗੇ। ਕੁਦਰਤੀ ਉੱਥੇ ਇੱਕਦਮ ਬੱਚਾ ਡੁੱਬਣ ਲੱਗਿਆ, ਉਹ ਝਾਲ ਵੱਲ ਚਲਾ ਗਿਆ, ਉਹ ਘੁੰਮਣ ਘੇਰੀ ਦੇ ਵਿੱਚ ਜਾ ਕੇ ਉਹ ਫਸ ਗਿਆ। ਤਾਂ ਉੱਥੇ ਇੱਕ ਤਾਰ ਪਈ ਸੀ, ਪਹਿਲਾਂ ਉਹ ਤਾਰ ਦੇ ਨਾਲ ਇੱਕ ਬੱਚਾ ਕੱਢਿਆ। ਉਸ ਤੋਂ ਬਾਅਦ ਦੁਬਾਰਾ ਕੁਝ ਸਮੇਂ ਬਾਅਦ ਇੱਕ ਬੱਚਾ ਹੋਰ ਉਸ ਝਾਲ ਦੇ ਵਿੱਚ ਜਾ ਕੇ ਉਹ ਫਸ ਗਿਆ ਘੁੰਮਣ ਘੇਰੀ ਦੇ ਵਿੱਚ। ਤਾਂ ਉਹ ਦੁਬਾਰਾ ਫਿਰ ਉਹੀ ਜੋ ਤਾਰ ਸਿੱਟੀ ਗਈ ਤਾਂ ਵਿਚਾਲੇ ਟੁੱਟ ਗਈ। ਜੋ ਟੁੱਟੀ ਤਾਂ ਫਿਰ ਕੁਦਰਤੀ ਬਿਨਾਂ ਟਾਈਮ ਗਵਾਏ ਤਾਂ ਮੈਂ ਆਪਣੀ ਦਸਤਾਰ ਲਾ ਕੇ ਫਿਰ ਨਾਲ ਦੀ ਨਾਲ ਉਹਨੂੰ ਬੱਚੇ ਨੂੰ ਬਚਾਇਆ। ਫਿਰ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਇੱਕ ਬੱਚਾ ਹੋਰ, ਉਹਨੂੰ ਬਚਾਉਣ ਦੇ ਚੱਕਰ 'ਚ ਦੋ ਨੇ ਹੋਰ ਛਾਲ ਮਾਰਤੀ ਤਾਂ ਉਹ ਵੀ ਤਿੰਨੋਂ ਬੱਚੇ ਡੁੱਬਣ ਲੱਗੇ। ਤਾਂ ਕੁਦਰਤੀ ਉਹ ਵੀ ਫਿਰ ਨਾਲ ਦੀ ਨਾਲ ਉਹਨਾਂ ਨੂੰ ਦਸਤਾਰ ਦੇ ਨਾਲ ਬਚਾਇਆ ਤੇ ਇੱਕ ਬੱਚਾ ਉਹ ਤੋਂ ਦਸਤਾਰ ਦੇ ਨਾਲ ਉਹ ਹਟਕ ਗਿਆ ਤੇ ਇੱਕ ਨੂੰ ਮੈਂ ਫਟਾਫਟ ਇੱਕ ਬੰਦੇ ਨੂੰ ਹੋਰ ਕਿਹਾ, ਮੈਂ ਕਿਹਾ ਭਾਈ ਤੂੰ ਵੀ ਇਹਦੀ ਹੈਲਪ ਕਰ ਤੇ ਨਾਲ ਦੀ ਨਾਲ ਉਹਨੇ ਵੀ ਆਪਣੀ ਦਸਤਾਰ ਲਾ ਕੇ ਫਿਰ ਸਿੱਟੀ। ਤਾਂ ਕੀ ਆ, ਮਹਾਰਾਜ ਨੇ ਜਦੋਂ ਖਾਲਸਾ ਸਜਾਇਆ ਸੀਗਾ ਤਾਂ ਪੰਜ ਸਿੰਘਾਂ ਨੇ ਆਪਣੇ ਬਲੀਦਾਨ ਦਿੱਤਾ ਸੀ ਉਹਨਾਂ ਨੇ, ਤੇ ਉਹਨਾਂ ਦੇ ਹੀ ਪੰਜ ਸਿਰਾਂ ਦੇ ਵੱਟੇ ਦਸਤਾਰ ਹੈਗੀ ਆ ਸਰਦਾਰ ਦੇ ਸਿਰ ਤੇ ਕਿ ਇਹ ਕਿਸੇ ਵੇਲੇ ਵੀ
ਕੰਮ ਆ ਸਕਦੀ ਆ, ਕਿਉਂਕਿ ਜੰਗਾਂ ਯੁੱਧਾਂ ਵੇਲੇ ਵੀ ਜਦੋਂ ਦਮਾਲੇ ਵੱਡੇ ਦਸਤਾਰਾਂ ਸਜਾਈਆਂ ਜਾਂਦੀਆਂ ਸੀ ਕਿ ਉਹ ਦੁਸ਼ਮਣ ਦੇ ਵਾਰ ਤੋਂ ਵੀ ਬਚਿਆ ਜਾ ਸਕਦਾ ਸੀ, ਉਹਨਾਂ ਤੇ ਕੜੇ ਪਾਏ ਹੁੰਦੇ ਸੀਗੇ ਤੇ ਦਸਤਾਰ ਤੇ ਵੱਡੀ ਹੋਣ ਕਰਕੇ ਸਿਰ ਤੇ ਚੋਟ ਨਹੀਂ ਲੱਗਦੀ ਸੀ। ਤਾਂ ਜਿਹੜੇ ਵੀ ਬਾਈਕਰਸ ਨੇ ਜਾਂ ਕੋਈ ਵੀ ਜਿਹੜੇ ਮੋਟਰਸਾਈਕਲ ਵਗੈਰਾ ਚਲਾਉਂਦੇ ਨੇ, ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰੂੰਗਾ, ਨੌਜਵਾਨ ਸਾਥੀਆਂ ਨੂੰ, ਕਿ ਇੱਕ ਤਾਂ ਦਸਤਾਰ ਜ਼ਰੂਰ ਸਿਰ ਤੇ ਪਾਉਣੀ ਚਾਹੀਦੀ ਆ, ਕਿ ਇੱਕ ਤਾਂ ਐਕਸੀਡੈਂਟ ਵੇਲੇ ਸਿਰ ਤੇ ਸੱਟ ਨਹੀਂ ਵੱਜਦੀ, ਤੇ ਜਿਵੇਂ ਨਹਿਰ ਦੇ ਵਿੱਚੋਂ ਆਪਾਂ ਨੇ ਇਹ ਨੌਜਵਾਨ ਬਚਾਏ ਆ ਤਾਂ ਐਵੇਂ ਅੱਗੇ ਤੋਂ ਹੋ ਸਕਦਾ। ਉਧਰ ਬਚਾਏ ਗਏ ਲੋਕਾਂ ਨੇ ਇਹਨਾਂ ਨੌਜਵਾਨਾਂ ਦਾ ਧੰਨਵਾਦ ਕੀਤਾ। ਅਸੀਂ ਗਣੇਸ਼ ਵਿਸਰਜਨ ਤੇ ਗਏ ਸੀ ਸਰ। ਉੱਥੇ ਕਿੰਨੇ ਕੁ ਲੋਕ ਗਏ ਸੀ? ਉੱਥੇ ਬਾਹਲਾ ਭੀੜ ਭੜੱਕਾ ਸੀਗਾ, ਬਾਹਲਾ ਉਹ ਸੀਗਾ ਜੀ, ਕੀ ਨਾਮ ਹੈ, ਫਿਰ ਅਸੀਂ ਉੱਥੇ ਬਥੇਰੇ ਲੋਕ ਡੁੱਬੇ ਨੇ ਐਵੇਂ। ਅਸੀਂ ਵੀ ਇੱਕ ਡੁੱਬ ਗਏ ਸੀ, ਮੈਂ ਡੁੱਬ ਗਿਆ ਸੀ ਉਹਦਾ, ਤੇ ਮੇਰੀ ਗਿਆਨੀ ਜੀ ਨੇ ਮਦਦ ਕੀਤੀ ਪੱਗ ਡੇਕ ਕੇ। ਬਸ ਕੀ ਨਾਮ ਹੈ ਉਹ, ਬਸ ਇਸ ਕਰਕੇ ਮੈਂ ਉਹਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ। ਸਾਡੀ ਇੱਕ ਪਗੜੀ ਨੇ ਹੀ ਅੱਜ ਜਾਨ ਬਚਾਈ ਆ। ਕੱਲ੍ਹ ਅਸੀਂ ਗਣੇਸ਼ ਵਿਸਰਜਨ ਤੇ ਗਏ ਸੀ ਤੇ ਉੱਥੇ ਇਹ ਨਹਿਰ ਦਾ ਵਹਾਅ ਤੇਜ਼ ਸੀ ਤੇ ਉੱਥੇ ਇੱਕ ਸਰਦਾਰ ਜੀ ਨੇ ਸਾਡੀ ਪਗੜੀ ਦੇ ਕੇ ਮਦਦ ਕੀਤੀ ਸੀ। ਕਿਸ ਤਰ੍ਹਾਂ ਉਹਦਾ ਧੰਨਵਾਦ ਕਰਨਾ ਚਾਹੋਗੇ ਤੁਸੀਂ ਉਹਨਾਂ ਦਾ? ਉਹਦਾ ਹੀ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ। ਕੀ ਹੋਇਆ ਜੇ ਹਾਲਾਤ ਤੁਹਾਡੇ ਨਾਲ ਨਹੀਂ? ਕੀ ਹੋਇਆ ਜੇ ਸਮਾਂ ਤੁਹਾਡੇ ਉਲਟ ਹੈ? ਜੇ ਮਨ ਵਿੱਚ ਜ਼ਿੱਦ ਹੋਵੇ ਤਾਂ ਫਿਰ ਕੁਝ ਵੀ ਅਜਬ ਗਜਬ ਹੋ ਸਕਦਾ ਹੈ। ਹੁਣ ਅਸੀਂ ਤੁਹਾਨੂੰ ਕੁਝ ਅਜਿਹੀਆਂ ਸ਼ਖਸੀਅਤਾਂ ਨਾਲ ਮਿਲਵਾਉਂਦੇ ਹਾਂ ਜਿਨ੍ਹਾਂ ਹਾਲਾਤਾਂ ਨੂੰ ਇੱਕ ਪਾਸੇ ਕਰਕੇ ਆਪਣਾ ਮੁਕਾਮ ਬਣਾਇਆ। ਸਭ ਤੋਂ ਪਹਿਲਾਂ ਪਟਿਆਲਾ ਸ਼ਹਿਰ ਦੇ ਇਹ ਬੌਨੇ ਜੋ ਦਿਨ ਵੇਲੇ ਹੋਟਲ ਵਿੱਚ ਕੰਮ ਕਰਕੇ ਕਮਾਉਂਦੇ ਨੇ, ਸ਼ਾਮ ਨੂੰ ਜਗਰਾਤਾ ਕਰਦੇ ਨੇ ਤੇ ਕਦੇ-ਕਦਾਏ ਕਾਮੇਡੀ ਕਰਕੇ ਲੋਕਾਂ ਨੂੰ ਹਸਾਉਂਦੇ ਵੀ ਨੇ। ਛੋਟਾ ਕੱਦ ਤੇ ਵੱਡੇ ਹੌਸਲੇ। ਜੀ ਹਾਂ, ਅੱਜ ਅਸੀਂ ਉਹਨੇ ਛੋਟੇ ਕੱਦਵਾਰ ਇਨਸਾਨਾਂ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਕੱਦ ਤਾਂ ਛੋਟੇ ਨੇ ਔਰ ਸਰਕਸ ਦਾ ਇੱਕ ਕਿਰਦਾਰ ਨਿਭਾਉਂਦੇ ਨੇ ਔਰ ਹਾਸੇ ਦਾ ਕਾਰਨ ਬਣਦੇ ਨੇ, ਲੋਕਾਂ ਨੂੰ ਹਸਾਉਂਦੇ ਨੇ। ਅੱਜ ਉਹਨਾਂ ਨਾਲ ਗੱਲ ਕਰਾਂਗੇ ਜਿਹੜਾ ਛੋਟਾ ਕੱਦਵਾਰ ਦੇ ਹੈਗੇ ਨੇ ਮਿਸਟਰ ਰਾਜੂ ਸਾਡੇ ਨਾਲ ਨੇ। ਉਹਨਾਂ ਨੂੰ ਜਾਣਾਂਗੇ ਉਹਨਾਂ ਜੀਵਨ ਦੀ ਕਿੰਨੀਆਂ ਮੁਸ਼ਕਲਾਂ ਉਹਨਾਂ ਨੂੰ ਪੇਸ਼ ਆਉਂਦੀਆਂ ਨੇ। ਹਾਂਜੀ ਰਾਜੂ ਜੀ, ਕੀ ਮੁਸ਼ਕਲ ਤੁਹਾਨੂੰ ਆਉਂਦੀ ਹੈ? ਬਹੁਤ ਮੁਸ਼ਕਲਾਂ ਪੈਂਦੀਆਂ, ਇੰਨੀ ਮਿਹਨਤ ਕਰਦੇ ਹਾਂ, ਕੰਮਾਂ ਕਰਨ ਤੋਂ ਕਰਕੇ ਅਸੀਂ ਦਿਨ ਰਾਤ ਇੱਕ ਕਰਦੇ ਹਾਂ। ਜਿਹੜੇ ਅਸੀਂ ਕਮਾਉਂਦੇ ਹਾਂ 7000 ਰੁਪਏ ਮਹੀਨੇ ਨਾਲ 7000 ਰੁਪਏ ਕਮਾਉਂਦੇ ਜੀ। ਰਾਤ ਨੂੰ ਜਾਗਰਣ ਤੇ ਜਾਂਦੇ ਹਾਂ ਜੀ, ਰਾਤ ਨੂੰ ਫਿਰ ਡਿਊਟੀ ਤੇ ਜਾਂਦੇ ਹਾਂ, ਫਿਰ ਰਾਤ ਨੂੰ ਜਾਗਰਣ ਜਾਂਦੇ। ਇਹਦੇ ਹੋਟਲ 'ਚ ਕੀ ਕੰਮ ਕਰਦੇ ਹੋ ਤੁਸੀਂ? ਤਾਂ ਅਸੀਂ ਗੇਟ ਕੀਪਰ ਕੰਮ ਕਰਦੇ, ਗੇਟ ਖੋਲ੍ਹਦੇ ਹਾਂ। ਅੱਛਾ, ਸਿਕਿਉਰਿਟੀ 'ਚ ਲੱਗੇ ਪਏ ਹਾਂ। ਠੀਕ ਹੈ। ਹਾਂਜੀ, ਤੇ ਹੋਰ ਕੰਮ ਹੋਟਲ ਤੋਂ ਬਾਅਦ ਕੀ ਕੰਮ ਕਰਦੇ ਹੋ? ਬਸ ਇੱਕ ਜਾਗਰਣ ਕਰਦੇ, ਜੋ ਝਾਕੀਆਂ ਦਿਖਾਉਂਦੇ, ਐਡਮਾ ਕਰਦੇ ਹਾਂ, ਕਮੇਡੀ ਕਮੂਡੀ ਕਰ ਲੈਂਦੇ ਹਾਂ ਅਸੀਂ। ਅੱਛਾ, ਹਾਂ, ਲੋਕੀ ਅੱਜ ਕੱਲ੍ਹ ਐਡਮਾ ਸਮਝਦੇ ਆਪਾਂ ਨੂੰ। ਠੀਕ ਹੈ। ਜੋ ਸਮਝਦੇ ਆਪਣਾ ਉਹ ਕਰਦੇ, ਆਪਣਾ ਹੱਸੀ ਮਜ਼ਾਕ। ਠੀਕ ਹੈ। ਤੇ ਇਸ ਤੋਂ ਤੁਹਾਡਾ ਗੁਜ਼ਾਰਾ ਚੱਲ ਜਾਂਦਾ ਪਰਿਵਾਰ ਦਾ? ਚੱਲ ਜਾਣਾ, ਆਪਣੀ ਕਿਸਮਤ ਦਾ ਖੇਲ। ਨਹੀਂ ਚੱਲਦਾ, ਚੱਲ ਜਾਣਾ ਕਿਸਮਤ। ਰੋਟੀ ਦੋ ਮਿਲ ਜਾਂਦੀ, ਖਾ ਲੈਂਦੇ ਹੱਸ ਕੇ। ਜੇ ਨਹੀਂ ਮਿਲਦੀ ਤਾਂ ਠੀਕ ਹੈ। ਤੇ ਕੋਈ ਲੋਕਾਂ ਦਾ ਤੁਹਾਨੂੰ ਮਜ਼ਾਕ ਵੀ ਕਰਦੇ ਨੇ, ਤੁਹਾਨੂੰ ਬੁਰਾ ਲੱਗਦਾ ਹੈ? ਉਦੋਂ ਲੱਗਦਾ, ਅਸੀਂ ਆਪਣੀ ਗੱਲ ਦਿਲ 'ਚ ਰੱਖ ਲੈਂਦੇ ਹਾਂ। ਜੇ ਮਜ਼ਾਕ ਉਡਾਉਂਦੇ ਹਾਂ ਅਸੀਂ, ਪੂਰਾ ਗੱਲ ਦਾ ਦਿਲ 'ਚ ਰੱਖ ਲੈ ਮਜ਼ਾਕ ਕਰਕੇ। ਸਾਨੂੰ ਗੁੱਸਾ ਬਹੁਤ ਆਉਂਦਾ ਇਸ ਗੱਲ ਤੋਂ। ਅਸੀਂ ਕਹਿੰਦੇ ਹਾਂ ਚੱਲ ਕੋਈ ਗੱਲ ਨਹੀਂ। ਬਹੁਤ ਲਿਖੇ ਲੋਕੀ ਅੱਜ ਕੱਲ੍ਹ ਕਹਿੰਦੇ ਬੋਣੇ, ਕੋਈ ਗਿੜ ਮੀਡੀਆ ਕਹਿੰਦਾ, ਕੋਈ ਕੁਛ ਕਹਿੰਦਾ, ਅਸੀਂ ਦਿਲ 'ਚ ਰੱਖ ਲੈਂਦੇ ਹਾਂ। ਚੱਲ ਕੋਈ ਗੱਲ ਨਹੀਂ, ਜਾਨ ਨਹੀਂ ਜਾਏ, ਗੁੱਸਾ ਆਪਣੇ ਦਿਲ 'ਚ ਰੱਖੋ। ਨਵਾਂ ਸਾਲ ਚੜ ਰਿਹਾ, ਤੁਹਾਡੇ ਲਈ ਕੀ ਮਾਇਨੇ ਰੱਖਦਾ ਨਵਾਂ ਸਾਲ? ਬਸ ਅੰਦਰ ਇਹ ਨਵਾਂ ਸਾਲ ਖੁਸ਼ੀਆਂ ਸਬਜ਼ੀ ਝੋਲੀ ਭਰਦਾ ਰਹੇ। ਨਵਾਂ ਸਾਲ ਹਰ ਦਿਨ ਚੜ੍ਹਦੇ ਰਹੇ ਨਵੇਂ ਸਾਲ ਦੇ ਜੀ। ਹਾਂਜੀ, ਇਹ ਸਨ ਰਾਜੂ ਜੋ ਇੱਥੇ ਹੋਟਲ ਵਿੱਚ ਨੌਕਰੀ ਕਰਦੇ ਹਨ ਅਤੇ ਗੇਟ ਕੀਪਰ ਦਾ ਕੰਮ ਕਰਦੇ ਹਨ ਔਰ ਪਾਰਟ ਟਾਈਮ ਜਾ ਕੇ ਜਗਰਾਤਿਆਂ ਵਿੱਚ ਵੀ ਸਕਿਟਸ ਵਗੈਰਾ ਪੇਸ਼ ਕਰਦੇ ਹਨ ਤਾਂ ਜੋ ਲੋਕਾਂ ਨੂੰ ਹਸਾਇਆ ਜਾ ਸਕੇ ਔਰ ਆਪਣੇ ਕਿਰਦਾਰ ਦੇ ਪੂਰੀ ਤਰ੍ਹਾਂ ਸੰਤੁਸ਼ਟ ਹੈਗੇ ਨੇ। ਔਰ ਇਹਨਾਂ ਨੂੰ ਇਹ ਇੱਕ ਗਲਾ ਹੈਗਾ ਵੀ ਲੋਕਾਂ ਦਾ ਵੀ ਜਿਹੜੇ ਉਹਨਾਂ ਨਾਲ ਮਜ਼ਾਕ ਕਰਦੇ ਹਨ ਆਪਣੇ ਦਿਲ 'ਚ ਰੱਖ ਲੈਂਦੇ ਹਨ। ਇਹਨਾਂ ਨੇ ਨਵੇਂ ਸਾਲ ਦੀ ਵੀ ਵਧਾਈ ਲੋਕਾਂ ਨੂੰ ਦਿੱਤੀ ਹੈ। ਸਾਨੂੰ ਇਹਨਾਂ ਤੋਂ ਸਿੱਖ ਲੈਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੂੰ ਸਮਾਜ ਵਿੱਚ ਇਹਨਾਂ ਦਾ ਬਣਦਾ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਅਜਬ ਗਜਬ ਦੇ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਦੇ ਹਾਂ ਉਹਨਾਂ ਛੋਟੇ ਇਨਸਾਨਾਂ ਦੀ, ਛੋਟੇ ਕੱਦਵਾਰ ਇਨਸਾਨਾਂ ਦੀ ਜੋ ਕਪਲ ਦੇ ਤੌਰ ਤੇ ਵੀ ਰਹੇ ਨੇ। ਆਓ ਗੱਲ ਕਰਦੇ ਹਾਂ, ਉਹਨਾਂ ਨੂੰ ਜਾਣਦੇ ਹਾਂ ਉਹਨਾਂ ਦੀ ਕੀ ਮੁਸ਼ਕਲਾਂ ਉਹਨਾਂ ਨੂੰ ਪੇਸ਼ ਆਉਂਦੀਆਂ ਹਨ। ਹਾਂਜੀ, ਕੀ ਨਾਮ ਹੈ ਆਪਣਾ? ਧਨੀ ਰਾਮ ਜੀ। ਧਨੀ ਰਾਮ ਜੀ, ਛੋਟਾ ਕੱਦ ਦੀ ਤੁਹਾਨੂੰ ਕਿੰਨੀਆਂ ਕੁ ਮੁਸ਼ਕਲਾਂ ਪੇਸ਼ ਆ ਰਹੀਆਂ ਨੇ? ਬਹੁਤ ਮੁਸ਼ਕਿਲ ਹੈ ਜੀ। ਨੌਕਰੀ ਦੀ ਨਹੀਂ,
बस तो नौकरी नहीं मिल रही जी। ठीक है। बस पेट पालने वास्ते कुछ ना कुछ करना पड़ता है जी। क्या करते हो? हाँ जी, वैसे जगराते काम करते हैं, नहीं तो उसकी हलवाइयात भी काम कर लेते हैं। जो मिलता है बस पेट पालने वास्ते कुछ ना कुछ करते हैं। थोड़ी शादी भी हुई है पीछे? हाँ जी, हाँ जी, अभी साल होने वाला भी है। अच्छा। 8 फरवरी को हुई। क्या नाम है आपकी वाइफ का? सुमन जी। सुमन जी, पीटीसी न्यूज थोड़ा स्वागत है। कब शादी हुई आपकी? बस यही साल भर होने वाला है। साल भर होने वाला है। कैसा चल रहा है? क्या यही जो गरीबी चल रही है वही, और क्या। अच्छा, तो क्या काम क्या करते हैं आप? काम तो कुछ नहीं करते। तो कहाँ से आप? चौकड़ कहाँ का है? यूपी की। यूपी का है? हाँ जी। तो कब आए यूपी से शादी करे? कब आए यहाँ पे? बस वही 1 हफ्ते में चले आए शादी करा के। शादी करा के 1 हफ्ते में चले आए। तो अच्छे से रखते हैं आपको ये? हाँ जी, अच्छे से। आप खुश हैं? हम खुश हैं। हम खुश हैं आप? हाँ जी, बिल्कुल खुश हैं। और आप भी काम करवाते हैं इनसे और कोई? घर का काम ही करते हैं? नहीं, घर ही काम जी। घर का काम करते हैं। तो पढ़ाई लिखाई क्या किया हुआ है दोनों ने? ये 12वीं पास है, मैं 8वीं पास है। अच्छा, ये 12वीं पास है और आपने 8वीं पास है। हाँ जी, हाँ जी। तो आप 12वीं पास है तो कोई और काम कर सकते हैं आप कुछ? क्या हम लोग इतने छोटे कौन काम कर सकते हैं? ये पढ़ाई लिखाई जो आपने की है, 12वीं पास की है आपने, तो कुछ तो काम पढ़ना लिखना तो जानते होंगे ना? सब कोई काम ही नहीं करता। अभी तो कुछ नहीं करते। छोटे कदवार दे ਉਹ ਲੋਕ ਜੋ ਹੌਸਲਾ ਨਹੀਂ ਢਾਉਂਦੇ ਔਰ ਆਪਣੇ ਹੀ ਕੰਮ 'ਚ ਮਸ਼ਰੂਫ ਹੈਗੇ ਔਰ ਲੋਕਾਂ ਨਾਲ ਗਿਲਾ ਜ਼ਰੂਰ ਕਰਦੇ ਹਨ ਵੀ ਉਹਨਾਂ ਨੂੰ ਮਜ਼ਾਕ ਦਾ ਪਾਤਰ ਬਣਾਉਂਦੇ ਹਨ, ਪਰ ਸਮਾਜ ਵਿੱਚ ਆਪਣੀ ਇੱਜ਼ਤ ਬਣਾਈ ਰੱਖਣ ਲਈ ਉਹ ਕਾਰਜ ਕਰ ਰਹੇ ਹਨ। ਇਨਸਾਨੀ ਰੂਪ 'ਚ ਭਾਵੇਂ ਪੂਰੀ ਤਰ੍ਹਾਂ ਕੋਈ ਵਿਕਸਿਤ ਨਾ ਹੋਵੇ, ਪਰ ਫਿਰ ਵੀ ਉਹ ਕੰਮਕਾਰ ਪੂਰੀ ਕਰ ਰਹੇ ਨੇ। ਇੱਥੇ ਸਾਡੇ ਨਾਲ ਮੌਜੂਦ ਨੇ ਜੱਗੀ ਸਵੀਟ ਆਪਣੇ ਪਟਿਆਲੇ ਹੈਗੇ ਨੇ, ਉੱਥੇ ਬਹੁਤ ਨਾਟੇ ਹੈਗੇ ਨੇ ਸ਼ਖਸੀਅਤ, ਉਹਨਾਂ ਨਾਲ ਗੱਲ ਕਰਦੇ ਆ ਉਹ ਕਿਵੇਂ ਉਹ ਕੰਮ ਕਰ ਰਹੇ ਨੇ। ਹਾਂਜੀ, ਕੀ ਨਾਮ ਤੁਹਾਡਾ? इंद्रजीत। इंद्रजीत जी, ਤੁਸੀਂ ਕਿੰਨੇ ਚਿਰ ਸੇ ਕੰਮ ਕਰ ਰਹੇ ਹੋ? 3 साल। और तेरी परिवार किमें पाल रहे हो अपना सारा? बस बढ़िया, यहीं से। हैं? यहीं से। कितनी तनख्वाह मिलती है? यहाँ 6-7 में 10। 6-7 मिल जाती है। हाँ जी। तो आपको टिप्स वगैरह भी मिल जाती हैं? हाँ जी, हाँ जी। कितना पढ़े हुए हो यहाँ? 8वीं 9वीं। हैं? 8-9 या पढ़ा। कहाँ से आए हो आप? बिहार से। बिहार से कौन से गाँव से? बिहार से मुजफ्फरपुर से आगे सीतामढ़ी। अच्छा। हाँ जी। तो वहाँ पे आपके सब परिवार वाले ऐसे ही हैं या आप ही अकेले हो? बस अकेला। आप अकेले ही हो? हाँ जी। कितनी उम्र होगी आपकी? यही 24 साल हो गए। ठीक है। और यहाँ पे कैसा लग रहा है पंजाब में आके काम कर? 3 साल हो गया आपको काम करते हुए। बढ़िया जो भी। ਬਹੁਤ ਵਧੀਆ ਲੱਗਦਾ ਭਾਜੀ ਇਹਨਾਂ ਦੀ ਸਪਿਰਿਟ ਦੇਖ ਕੇ। ਕੱਦ ਛੋਟਾ ਫਿਰ ਵੀ ਵਿਚਾਰੇ ਕੰਮ ਕਰਦੇ ਨੇ ਉਰੇ, ਬਹੁਤ ਵਧੀਆ ਲੱਗਦਾ ਜੀ। ਤੁਸੀਂ ਕੋਈ ਟਿਪਸ ਵਗੈਰਾ ਵੀ ਦਿੰਦੇ ਹੋ ਆਉਂਦੇ ਆ? ਨਹੀਂ, ਟਿਪਸ ਤਾਂ ਨਹੀਂ ਮੰਗਦੇ, ਨਹੀਂ ਹੈਗੇ ਟਿਪਸ ਇਹ ਬਿਲਕੁਲ ਵੀ ਕਿਸੇ ਤੋਂ। ਹਾਂ, ਕੋਈ ਆਪ ਦੇ ਜੇ ਦੇ ਜੇ ਜੀ। ਡਿਮਾਂਡ ਨਹੀਂ ਕਰਦੇ? ਨਹੀਂ, ਕਦੇ ਕਿਸੇ ਨੂੰ ਡਿਮਾਂਡ ਨਹੀਂ ਕਰਦੇ। ਜੀ ਰੈਗੂਲਰ ਹੈਗੇ ਕਸਟਮਰਸ ਇਹਨਾਂ ਦੇ, ਉਦੋਂ ਵੀ ਦੇਖ ਰਹੇ ਸੀ ਇਹਨਾਂ ਨੂੰ, ਤਾਂ ਖੈਰ ਹੈ ਤਾਂ ਵਧੀਆ ਕੰਮ ਕਰ ਰਹੇ ਨੇ, ਲਾ ਰਹੇ ਇਹਨਾਂ ਨੂੰ ਤਾਂ ਚੰਗੀ ਗੱਲ ਹੀ ਇਹਨਾਂ ਲਾਇਆ ਹੋਇਆ ਜੀ। ਤੇ ਪਰ ਐਵੇਂ ਵੀ ਜੇ ਆਪਾਂ ਸੋਚ ਕੇ ਚੱਲੀਏ ਵੀ ਕੋਈ ਸੋਚਦਾ ਵੀ ਨਹੀਂ ਵੀ ਛੋਟਾ ਕਰਦਾ ਯਾਰ, ਕਿੱਥੇ ਕੀ ਉਰੇ ਸਿਕਿਉਰਿਟੀ ਕਰਨ ਨੂੰ, ਪਰ ਨਹੀਂ ਚਲੋ ਖੈਰ ਕੰਮ ਕਰ ਰਹੇ ਨੇ ਤੇ ਕੰਮ ਲਈ ਤਾਂ ਬਹੁਤ ਵਧੀਆ, ਮੇਰੇ ਹਿਸਾਬ ਨਾਲ ਤਾਂ ਸਹੀ ਚੱਲਦੇ ਇਹਨਾਂ ਦੇ। ਹੁਣ ਚਲਦੇ ਹਾਂ ਪਟਿਆਲਾ, ਜਿੱਥੇ ਪੰਜਾਬ ਭਰ ਦੇ ਗੂੰਗੇ ਬਹਿਰੇ ਅਪਾਹਿਜ ਬੱਚਿਆਂ ਨੂੰ ਪੜਾਉਣ ਦਾ ਜ਼ਿੰਮਾ ਚੁੱਕਿਆ ਗਿਆ ਹੈ। ਸਾਲ 1967 ਵਿੱਚ ਇੱਕ ਛੋਟੀ ਜਿਹੀ ਬਿਲਡਿੰਗ ਤੋਂ ਸਕੂਲ ਸ਼ੁਰੂ ਕੀਤਾ ਗਿਆ ਸੀ। ਉਸ ਵੇਲੇ ਨਾ ਪੈਸੇ ਸੀ ਤੇ ਨਾ ਸਾਧਨ, ਬਸ ਸਮਾਜ ਲਈ ਕੁਝ ਕਰਨ ਦਾ ਜਜ਼ਬਾ ਸੀ, ਜਿਸ ਚਲਦਿਆਂ ਅੱਜ ਇਹ ਸਕੂਲ ਅਪਾਹਿਜ ਬੱਚਿਆਂ ਲਈ ਸੂਰਜ ਦੀ ਲौ ਬਣ ਚੁੱਕਿਆ। 67 ਤੇ ਚੱਲ ਰਹੇ ਹਾਂ, ਪਰ ਇੱਥੇ ਅਸੀਂ ਸ਼ਿਫਟ ਹੋਏ ਹਾਂ 2009 ਵਿੱਚ। ਕਿੰਨੀ ਜਗ੍ਹਾ ਹੈ ਇਸ ਸਕੂਲ ਨੇ ਬਣਿਆ? ਇਹ ਸਾਡੇ ਕੋਲ 5700 ਗਜ ਜਿਹੜਾ ਕਵਰਡ ਏਰੀਆ ਹੈ, ਪਰ ਉਸ ਤੋਂ ਇਲਾਵਾ ਸਾਡਾ ਇੱਕ ਹੋਸਟਲ ਬਣ ਰਿਹਾ ਹੈ 1 ਕਿੱਲੇ ਦੇ ਵਿੱਚ। ਤੇ ਕਿੰਨੇ ਕੁ ਬੱਚੇ ਤੁਹਾਡੇ ਕੋਲ ਆਏਗੇ ਇੱਥੇ? ਮੇਰੇ ਕੋਲ ਇਸ ਟਾਈਮ ਪ੍ਰੈਜ਼ੈਂਟਲੀ 250 ਬੱਚਾ ਹੈ, ਜਿਹਦੇ ਵਿੱਚ ਡੈਫ ਬਲਾਈਂਡ ਤੇ ਡੈਫ ਬਲਾਈਂਡ 3 ਕੈਟਾਗਰੀਜ਼ ਹੈ। ਅੱਛਾ, ਤੇ ਹੀਅਰਿੰਗ ਇੰਪੇਅਰਡ ਵਾਲੇ ਕਿੰਨੇ ਹੈਗੇ ਨੇ? ਉਹ ਮੇਰੇ ਕੋਲ 180 ਦੇ ਕਰੀਬ ਬੱਚੇ ਹੈ। ਸਕੂਲ ਦੀ ਪ੍ਰਿੰਸੀਪਲ ਰੀਨੂ ਸਿੰਗਲਾ ਨੇ ਦੱਸਿਆ ਕਿ ਸਕੂਲ ਦਾ ਸਾਰਾ ਕੰਮ ਡੋਨੇਸ਼ਨ ਦੇ ਸਿਰ ਤੇ ਹੀ ਚੱਲ ਰਿਹਾ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਸਕੂਲ ਨੂੰ ਗ੍ਰਾਂਟ ਦਿੱਤੀ ਜਾਏ ਤਾਂ ਕਿ ਸਕੂਲ ਆਪਣੇ ਪੈਰਾਂ ਤੇ ਖੜਾ ਹੋ ਸਕੇ। ਇਸ ਸਕੂਲ ਨੂੰ ਬੈਸਟ ਇੰਸਟੀਟਿਊਸ਼ਨ ਦਾ ਅਵਾਰਡ 14 ਨਵੰਬਰ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਵੱਲੋਂ ਦਿੱਤਾ ਗਿਆ, ਜੋ ਕਿ ਸਕੂਲ ਦੇ ਸਕੱਤਰ ਕਰਨਲ ਕਮਰਿੰਦਰ ਸਿੰਘ ਦੇ ਵੱਲੋਂ ਪ੍ਰਾਪਤ ਕੀਤਾ ਗਿਆ। ਉਹ ਸਾਨੂੰ ਨੈਸ਼ਨਲ ਅਵਾਰਡ ਮਿਲਿਆ, ਇਹ ਸਾਨੂੰ 14 ਨਵੰਬਰ ਨੂੰ ਇਸੇ ਸਾਲ ਮਿਲਿਆ। ਇਹ ਪ੍ਰੈਜ਼ੀਡੈਂਟ ਆਫ ਇੰਡੀਆ ਵੱਲੋਂ ਪ੍ਰੈਜ਼ੈਂਟ ਕੀਤਾ ਗਿਆ, ਸਾਡੇ ਕਰਨਲ ਸਾਹਿਬ ਨੇ ਰਿਸੀਵ ਕੀਤਾ, ਔਰ ਇਹ ਬੈਸਟ ਚਾਈਲਡ ਵੈਲਫੇਅਰ ਐਕਟੀਵਿਟੀਜ਼ ਦਾ ਅਵਾਰਡ ਸੀ।
ਬੈਸਟ ਸਕੂਲ ਨੂੰ ਅਵਾਰਡ ਮਿਲਦਾ ਹੈ ਜਾਂ ਐਕਟੀਵਿਟੀਜ਼ ਨੂੰ ਅਵਾਰਡ ਮਿਲਦਾ ਬੈਸਟ ਚਾਈਲਡ ਵੈਲਫੇਅਰ ਐਕਟੀਵਿਟੀਜ਼ ਨੂੰ ਅਵਾਰਡ ਮਿਲਿਆ। ਕੀ ਸੀਗਾ ਅਵਾਰਡ ਵਿੱਚ, ਕੀ ਕੁਝ ਸੀਗਾ ਅਵਾਰਡ ਵਿੱਚ ਸਰ 3 ਲੱਖ ਰੁਪਇਆ ਕੈਸ਼ ਸੀ ਔਰ ਇੱਕ ਟਰਾਫੀ ਐਂਡ ਸਰਟੀਫਿਕੇਟ। ਇਸ ਸਕੂਲ ਦੇ ਵਿੱਚ ਦ੍ਰਿਸ਼ਟੀਹੀਨ ਅਤੇ ਨਾ ਸੁਣਨ ਤੇ ਬੋਲਣ ਵਾਲੇ ਬੱਚਿਆਂ ਨੂੰ ਕੰਪਿਊਟਰ ਸਿੱਖਿਆ ਅਤੇ ਬ੍ਰੇਲ ਲਿਪੀ ਦੇ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ। ਸਕੂਲ ਸੈਫਦੀਪੁਰ ਉੱਤੇ ਖੜੇ ਹਾਂ ਅਸੀਂ, ਕੰਪਿਊਟਰ ਲੈਬ ਵਿੱਚ ਹੈਗੇ ਹਾਂ, ਉਹਨਾਂ ਨਾਲ ਗੱਲ ਕਰਦੇ ਹਾਂ ਬੱਚਿਆਂ ਨਾਲ ਕਿਵੇਂ ਉਹ ਟ੍ਰੇਨਿੰਗ ਲੈਂਦੇ ਹਨ ਔਰ ਕੰਪਿਊਟਰ ਟਾਕਿੰਗ ਸੌਫਟਵੇਅਰ ਉਹਨਾਂ ਨੇ ਇੰਸਟਾਲ ਕੀਤਾ ਹੋਇਆ ਹੈ, ਉਹਨਾਂ ਨੂੰ ਪੁੱਛਦੇ ਹਾਂ। ਹਾਂ ਬੇਟਾ, ਕੀ ਨਾਮ ਤੁਹਾਡਾ? ਸਰ ਰਮਨਦੀਪ ਕੌਰ। ਰਮਨਦੀਪ, ਤੁਸੀਂ ਕੰਪਿਊਟਰ ਤੇ ਕੀ ਸਿੱਖ ਰਹੇ ਹੈਗੇ ਹੋ? ਸਰ ਅਸੀਂ YouTube ਵੀ ਚਲਾਉਂਦੇ ਆ, ਨੈਟ ਫੇਸਬੁੱਕ ਸਭ ਕੁਝ ਚਲਾਉਂਦੇ ਆ। ਤੇ ਕਿਵੇਂ ਮਤਲਬ ਤੁਹਾਨੂੰ ਮਹਿਸੂਸ ਹੁੰਦਾ, ਕਿਸ ਤਰ੍ਹਾਂ ਸੁਣਦੇ ਹੋ? ਯੈਸ ਸਰ, ਯੈਸ। ਇਹ ਜਿਹੜਾ ਸੌਫਟਵੇਅਰ ਹੈ ਇਹ ਟਾਕਿੰਗ ਸੌਫਟਵੇਅਰ ਹੈ। ਅਸੀਂ ਜੋ ਚੀਜ਼ ਇਹਦੇ ਵਿੱਚ ਲਿਖਦੇ ਹਾਂ ਉਹ ਨਾਲ ਦੀ ਨਾਲ ਬੋਲ ਕੇ ਦੱਸਦਾ ਹਰ ਚੀਜ਼ ਨੂੰ, ਔਰ ਜੋ ਉੱਥੇ ਵਿੰਡੋ ਖੁੱਲੀ ਹੋਈ ਹੈ ਜਾਂ ਕੁਝ ਵੀ ਕੋਈ ਵੀ ਬਾਕਸ ਖੁੱਲਿਆ ਹੋਇਆ ਉਹ ਹਰ ਚੀਜ਼ ਬਾਰੇ ਸਾਨੂੰ ਦੱਸਦਾ ਹੈ ਕਿ ਇੱਥੇ ਇਸ ਟਾਈਮ ਇਹ ਚੀਜ਼ ਖੁੱਲੀ ਹੋਈ ਹੈ। ਤੇ ਤੁਸੀਂ ਜੋ ਇੱਥੇ ਪੜ੍ਹਾਈ ਕਰ ਰਹੇ ਹੋ ਤੁਸੀਂ ਸੈਟੀਸਫਾਈਡ ਹੋ ਇੱਥੇ ਪੜ੍ਹ ਕੇ? ਯੈਸ ਸਰ, ਯੈਸ। ਕੀ ਕੌਣ ਸਿਖਾਉਂਦਾ ਤੁਹਾਨੂੰ ਸਾਰਾ ਕੁਝ? ਸਰ ਸਾਡੇ ਕੰਪਿਊਟਰ ਟੀਚਰ ਸਿਖਾਉਂਦੇ ਨੇ ਸਾਨੂੰ। ਠੀਕ ਹੈ। ਹਾਂਜੀ। ਤੇ ਹੋਰ ਤੁਸੀਂ ਕੀ ਬਣਨਾ ਚਾਹੁੰਦੇ ਹੋ ਜ਼ਿੰਦਗੀ? ਸਰ ਮੈਂ ਟੀਚਰ। ਟੀਚਰ ਕਾਹਦੇ ਟੀਚਰ ਬਣੋਗੇ? ਸਰ ਹਿਸਟਰੀ ਜਾਂ ਪੰਜਾਬੀ। ਅੱਛਾ, ਹਿਸਟਰੀ ਜਾਂ ਪੰਜਾਬੀ। ਹੁਣ ਕਿਹੜੀ ਕਲਾਸ ਪੜ੍ਹਦੇ ਹੋ? ਸਰ 12th 12th ਵਿੱਚ ਪੜ੍ਹਦੇ ਹੋ? ਯੈਸ ਸਰ। ਇਸ ਕੰਪਿਊਟਰ ਲੈਬ ਵਿੱਚ ਇੱਕ ਰੀਡਿਟ ਸੌਫਟਵੇਅਰ ਵੀ ਹੈਗਾ, ਉਹ ਇੱਕ ਕਾਫੀ ਮਸ਼ੀਨ ਲੱਗੀ ਹੋਈ ਹੈ ਜੋ ਅਖਬਾਰ ਨੂੰ ਸਕੈਨ ਕਰਕੇ ਕੰਪਿਊਟਰ ਟ੍ਰਾਂਸਫਰ ਕਰਦਾ ਹੈ, ਔਰ ਟਾਕਿੰਗ ਸੌਫਟਵੇਅਰ ਉਸ ਦੀ ਜਿਹੜੀ ਆਵਾਜ਼ ਹੈ ਬੱਚਿਆਂ ਦੇ ਕੰਨਾਂ 'ਚ ਪੈਂਦੀ ਹੈ। ਉਹ ਗੱਲ ਕਰਦੇ हैं, ਟੀਚਰ ਹੈਗੇ ਨੇ, ਉਹਨੂੰ ਪੁੱਛਦੇ ਆ ਵੀ ਕਿਸ ਤਰ੍ਹਾਂ ਇਹ ਆਪਰੇਟ ਹੁੰਦਾ ਹੈਗਾ। ਹਾਂਜੀ, ਕੀ ਨਾ ਤੁਹਾਡਾ? ਸਰ ਮੈਂ ਸੁਰਿੰਦਰ ਸਿੰਘ। ਸੁਰਿੰਦਰ ਜੀ, ਰੀਡਿਟ ਬਾਰੇ ਦੱਸੋਗੇ ਆਪਣੇ ਇਵੈਂਟ ਜਿਹੜਾ ਹੈਗਾ? ਜੀ ਜੀ, ਇਹ ਵਿਜ਼ੂਅਲ ਇੰਪੇਅਰਡ ਵਾਸਤੇ ਹੈ, ਕਿਉਂਕਿ ਇਸ ਨਿਊਜ਼ਪੇਪਰ ਨੂੰ ਇੱਕ ਵਿਜ਼ੂਅਲ ਇੰਪੇਅਰਡ ਵੈਸੇ ਨਹੀਂ ਪੜ੍ਹ ਸਕਦਾ, ਪਰ ਇਸ ਰੀਡਿਟ ਸੌਫਟਵੇਅਰ ਦੀ ਹੈਲਪ ਨਾਲ ਪੜ੍ਹ ਸਕਦਾ। ਇਹਦੇ ਨਾਲ ਵੀ ਇਹਦੇ 'ਚ ਵੀ ਜਿਹੜਾ ਆਪਣਾ ਸੌਫਟਵੇਅਰ ਹੈ ਸਕਰੀਨ ਰੀਡਰ, ਇਹੀ ਹੈਲਪ ਕਰਦਾ। ਇਹ ਕੈਪਚਰ ਕਰੂਗਾ, ਉੱਪਰ ਤੁਸੀਂ ਦੇਖ ਸਕਦੇ ਹੋ ਕੈਮਰਾ ਹੈ, ਇਹ ਕੈਪਚਰ ਕਰੂਗਾ, ਉਸ ਦੈਨ ਇੱਧਰ ਆਪਣਾ ਸਕਰੀਨ ਦੇ ਉੱਤੇ ਇਹ ਅਖਬਾਰ ਇੱਕ ਡਾਕੂਮੈਂਟ ਦੇ ਰੂਪ ਦੇ ਵਿੱਚ ਆ ਜਾਊਗਾ। ਠੀਕ ਹੈ। ਹਾਂਜੀ, ਫਿਰ ਇਹ ਜਿਹੜਾ ਟਾਕਿੰਗ ਸੌਫਟਵੇਅਰ ਹੈ ਇਹਦੀ ਹੈਲਪ ਨਾਲ ਅਸੀਂ ਇਹਨੂੰ ਸੁਣਾਂਗੇ, ਪੜ੍ਹਾਂਗੇ। ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਇੱਕ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਦੇ ਹਾਂ। ਸਾਲ 2015 ਨੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਜਿੱਥੇ ਕੁੜੀਆਂ ਦੀ ਗਿਣਤੀ ਪਿਛਲੇ ਸਾਲਾਂ ਨਾਲੋਂ ਵਧੀ ਹੈ, ਲੰਘੇ ਸਾਲ ਤੱਕ ਕੁੜੀਆਂ ਦੀ ਮੱਲਾਂ ਵੀ ਲਾਜਵਾਬ ਰਹੀਆਂ ਨੇ। ਪੰਜਾਬ ਦੀ 4 ਕੁੜੀਆਂ ਸਿੱਧੇ ਜੱਜ ਬਣਨ ਵਿੱਚ ਸਫਲ ਹੋਈਆਂ ਨੇ। ਇਹਨਾਂ ਵਿੱਚ ਇੱਕ ਪਟਿਆਲਾ, ਇੱਕ ਮਲੇਰਕੋਟਲਾ ਤੇ 2 ਪਾਤਰਾਂ ਤੋਂ ਰਹੀਆਂ ਨੇ। ਦੱਸਣਾ ਚਾਹਾਂਗੇ ਕਿ ਪਾਤਰਾਂ ਇੱਕ ਬੇਹੱਦ ਪਛੜਾ ਹੋਇਆ ਇਲਾਕਾ ਹੈ ਜੋ ਕਿ ਪਿਛਲੇ ਸਾਲਾਂ ਦੌਰਾਨ ਭਰੂਣ ਹੱਤਿਆ ਲਈ ਜਾਣਿਆ ਜਾਂਦਾ ਸੀ, ਪਰ ਅੱਜ ਉੱਥੋਂ ਦੀ ਧੀ ਨੇ ਜੱਜ ਬਣ ਕੇ ਸਾਬਿਤ ਕਰ ਦਿੱਤਾ ਹੈ ਕਿ ਕੁੜੀਆਂ ਦਾ ਸਨਮਾਨ ਕਰੋ। ਇਹ ਇੱਕ ਅਜਿਹੀ ਦਿਲ ਨੂੰ ਛੂਹਣ ਵਾਲੀ ਤਸਵੀਰ ਸੀ ਜਿਸ ਨੇ ਮਾਨਵਤਾ ਨੂੰ ਸ਼ਰਮਸਾਰ ਕਰ ਦਿੱਤਾ। ਸਭ ਤੋਂ ਵਧੇਰੇ ਵਿਕਸਿਤ ਤੇ ਸੰਪੰਨ ਸੂਬਾ ਪੰਜਾਬ, ਜਿੱਥੇ ਇੱਕ ਅਜਿਹੀ ਘਟਨਾ ਘਟੀ ਜਿਸ ਨੇ ਇਨਸਾਨੀਅਤ ਨੂੰ ਖਤਮ ਕਰ ਦਿੱਤਾ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਸਿਰਫ 100 ਕਿਲੋਮੀਟਰ ਦੀ ਦੂਰੀ ਤੇ ਅਜਿਹੀ ਖਬਰ ਆਈ ਜਿਸ ਨੂੰ ਸੁਣ ਕੇ ਯਕੀਨ ਨਹੀਂ ਹੋਇਆ ਕਿ ਮਾਪੇ ਆਪਣੇ ਬੱਚਿਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਨੇ। ਪਟਿਆਲਾ ਦੀ ਤਹਿਸੀਲ ਪਾਤੜਾਂ ਦੇ ਵਿੱਚ 30 ਫੁੱਟ ਡੂੰਘਾ ਉਹ ਖੂਹ ਮਿਲਿਆ ਜਿਸ ਵਿੱਚ 50 ਤੋਂ ਵਧੇਰੇ ਭਰੂਣ ਮਿਲੇ। ਇਹ ਭਰੂਣ ਉਹ ਮਾਪੇ ਇੱਥੇ ਸੱਟ ਜਾਂਦੇ ਸਨ ਜੋ ਧੀਆਂ ਨੂੰ ਨਹੀਂ ਚਾਹੁੰਦੇ ਸਨ। ਇਹ ਘਟਨਾ ਸਾਲ 2006 ਦੀ ਸੀ। ਹੁਣ ਸਾਲ 2015 ਅਸੀਂ ਤੁਹਾਨੂੰ ਪਾਤੜਾਂ ਦੇ ਇੱਕ ਅਜਿਹੇ ਪਰਿਵਾਰ ਵਿੱਚ ਲੈ ਕੇ ਚੱਲਦੇ ਹਾਂ ਜਿੱਥੇ ਦੀ 2 ਬੇਟੀਆਂ ਨੇ ਜੱਜ ਦੀ ਪ੍ਰੀਖਿਆ ਪਾਸ ਕਰਕੇ ਉਸ ਦਾਗ ਨੂੰ ਧੋਣ ਦੀ ਕੋਸ਼ਿਸ਼ ਕੀਤੀ ਜੋ ਸਾਲ 2006 ਨੂੰ ਇਸ ਇਲਾਕੇ ਨੂੰ ਮਿਲਿਆ। ਆਪਣੇ ਜਦੋਂ ਛੋਟੀ ਹੁੰਦੀ ਸੀ ਤਾਂ ਪੇਰੈਂਟਸ ਦੀ ਸ਼ੁਰੂ ਤੋਂ ਹੀ ਇਹ ਹੁੰਦੀ ਸੀਗੀ ਕਿ ਇਹ ਕੁੜੀ ਵੱਡੀ ਹੋ ਕੇ ਕੁਝ ਨਾ ਕੁਝ ਬਣੇਗੀ, ਪਰ ਮੈਨੂੰ ਨਹੀਂ ਸੀ ਪਤਾ ਕਿ ਮੈਂ ਕਿੱਦਾਂ ਇਹ ਪੜ੍ਹਾਈ ਮੈਂ ਸ਼ੁਰੂ ਕੀਤੀ, LLB ਦੀ ਕਿੱਦਾਂ ਜੁਆਇਨ ਕੀਤੀ। ਤੇ ਜਦੋਂ ਮੈਂ ਜੁਆਇਨ ਕੀਤੀ ਇਹ ਪੜ੍ਹਾਈ ਤਾਂ ਉਦੋਂ ਵੀ ਕੋਈ ਮਨ ਦੇ ਵਿੱਚ ਕੋਈ ਐਸਾ ਖਿਆਲ ਨਹੀਂ ਸੀਗਾ ਕਿ ਮੈਂ ਜੁਡੀਸ਼ੀਅਲਸ ਦੀ ਪੜ੍ਹਾਈ ਕਰਨੀ ਹੈ। LLB ਕੀਤੀ ਤਾਂ ਉਸ ਤੋਂ ਬਾਅਦ ਚਲੋ ਘਰਦਿਆਂ ਦੀ ਸਪੋਰਟ ਦੇ ਨਾਲ ਟੀਚਰਸ ਨੇ ਗਾਈਡ ਕੀਤਾ ਕਿ ਤੁਸੀਂ ਆਪਣੀ ਜੁਡੀਸ਼ੀਅਲਸ ਦੀ ਤਿਆਰੀ ਕਰੋ। ਮੈਂ ਦਿੱਲੀ ਤੋਂ ਕੋਚਿੰਗ ਲਈ ਰਾਹੁਲ ਸਰ ਤੋਂ ਉੱਥੋਂ, ਤੇ ਉਸ ਤੋਂ ਬਾਅਦ LLB ਮੇਰੀ ਹੋ ਗਈ ਸੀ 2010 ਦੇ ਵਿੱਚ। ਉਸ ਤੋਂ ਬਾਅਦ ਕੋਚਿੰਗ ਲਈ ਲਾਸਟ ਟਾਈਮ ਵੀ ਮੈਂ ਐਗਜ਼ਾਮ ਦਿੱਤਾ ਸੀ, ਇਹ ਮੇਰੀ 2nd ਅਟੈਂਪਟ ਹੈ। ਤੇ ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ, ਪੇਰੈਂਟਸ ਦੇ ਸਾਥ ਨਾਲ, ਟੀਚਰਸ ਨੇ ਬਹੁਤ ਜ਼ਿਆਦਾ ਮੈਨੂੰ ਸਪੋਰਟ ਕੀਤਾ। ਟੀਚਿੰਗ ਬਹੁਤ ਵਧੀਆ ਸੀ ਸਰ ਦੀ, ਤੇ ਫਾਈਨਲੀ ਚਲੋ ਅੱਜ ਮੈਂ ਤੁਹਾਡੇ ਸਾਹਮਣੇ
ਐਜ਼ ਅ ਜੁਡੀਸ਼ੀਅਲ ਮੈਜਿਸਟ੍ਰੇਟ। ਉਹ ਇਸ ਮੁਕਾਮ ਤੇ ਪਹੁੰਚੋ, ਕੀ ਸਮਾਜ ਨੂੰ ਕਿਸ ਤਰ੍ਹਾਂ ਦਾ ਉਹ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਜਿਹੜੇ ਸਮਾਜ ਦੇ ਵਿੱਚ ਧੀਆਂ ਨੂੰ ਲੋਕ ਇਹ ਜਿਹੜੀ ਭਰੂਣ ਹੱਤਿਆ ਦੀ ਤੁਸੀਂ ਗੱਲ ਕਰ ਰਹੇ ਹੋ ਬਹੁਤ ਸ਼ਰਮਨਾਕ ਗੱਲ ਹੈ ਇੱਕ ਆਪਣੇ ਸਮਾਜ ਦੇ ਲਈ। ਸਮਾਜ ਕੀ ਹੈ, ਇੱਕ ਔਰਤ ਤੋਂ ਬਿਨਾਂ ਤਾਂ ਸਮਾਜ ਦੀ ਮਤਲਬ ਕਿ ਆਪਾਂ ਸੋਚ ਵੀ ਨਹੀਂ ਸਕਦੇ ਉਹ ਸਮਾਜ ਕਿੱਦਾਂ ਦਾ ਹੋਏਗਾ। ਜੇ ਦੇਖਿਆ ਜਾਵੇ ਕਿ ਇਕੱਲੇ ਮੁੰਡੇ ਜਾਂ ਇਕੱਲੇ ਪੁਰਸ਼ਾਂ ਦੇ ਨਾਲ ਕੀ ਸਮਾਜ ਦੀ ਕੋਈ ਕਲਪਨਾ ਹੀ ਨਹੀਂ, ਕੋਈ ਸਮਾਜ ਅੱਗੇ ਹੀ ਨਹੀਂ ਵੱਧ ਸਕਦਾ। ਮੈਂ ਜੇ ਅਗਰ ਦੇਖਾਂ ਅੱਜ ਮੈਂ ਇੱਥੇ ਖੜੀ ਹਾਂ, ਮੈਂ ਵੀ ਇੱਕ ਕੁੜੀ ਹਾਂ ਜਾਂ ਮੈਂ ਵੀ ਘਰ ਦੇ ਪਰਿਵਾਰ ਦੇ ਵਿੱਚ ਵੀ ਬੱਚੇ ਹੈਗੇ ਆ, ਤਾਂ ਮਤਲਬ ਕਿ ਅੱਜ ਜੇ ਦੇਖਿਆ ਜਾਵੇ ਸਾਰੇ ਸ਼ਹਿਰ ਦੇ ਵਿੱਚ, ਸਾਡੇ ਪਾਤੜਾ ਸ਼ਹਿਰ ਦੇ ਵਿੱਚ ਇਹ ਮਾਹੌਲ ਹੈ ਕਿ ਕੁੜੀਆਂ ਕੋਈ ਬੋਝ ਨਹੀਂ ਰਹੀਆਂ ਹੁਣ ਅੱਜ ਸਮਾਜ ਦੇ ਵਿੱਚ। ਤੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕੁੜੀਆਂ ਨੂੰ ਵੀ ਪੜ੍ਹਾਉਣ ਤੇ ਚੰਗੇ ਵਧੀਆ ਐਜੂਕੇਸ਼ਨ ਦੇਣ, ਸਿਵਲ ਸਰਵਿਸਿਜ਼ ਦੇ ਵਿੱਚ, ਹੋਰ IAS ਦੇ ਵਿੱਚ, ਸਭ ਫੀਲਡਸ ਦੇ ਵਿੱਚ ਆ ਸਕਦੀਆਂ ਕੁੜੀਆਂ, ਕਿਉਂਕਿ ਕੁੜੀਆਂ ਨੇ ਦਿਖਾਤਾ ਹੈ ਇਸ ਜੁਡੀਸ਼ੀਅਲ ਦੀ ਐਗਜ਼ਾਮੀਨੇਸ਼ਨ ਦੇ ਵਿੱਚ। ਤੁਸੀਂ ਦੇਖੋ 38 ਦੇ ਵਿੱਚੋਂ 25 ਸਿਲੈਕਸ਼ਨਸ ਗਰਲਸ ਨੇ ਲਿੱਤੀਆਂ ਨੇ। ਤੇ ਸਮਾਜ ਨੂੰ ਇਸ ਚੀਜ਼ ਵੱਲ ਸੋਚਣਾ ਚਾਹੀਦਾ ਹੈ ਕਿ ਨਹੀਂ, ਕੁੜੀਆਂ ਕਿਉਂ ਕੁੜੀਆਂ ਤੇ ਮੁੰਡਿਆਂ ਵਿੱਚ ਫਰਕ ਕੀਤਾ ਜਾ ਰਿਹਾ ਹੈ। ਕੋਈ ਮੈਨੂੰ ਨਹੀਂ ਲੱਗਦਾ ਹੈਗਾ ਅੱਜ ਮੈਂ ਖੜੀ ਹਾਂ ਤੇ ਮੇਰੇ ਪੇਰੈਂਟਸ ਨੂੰ ਲੱਗਦਾ ਹੋਏਗਾ ਕਿ ਹਾਂ ਇਹ ਕੁੜੀ ਹੈ, ਤਾਂ ਉਹਨਾਂ ਨੂੰ ਮਾਣ ਹੈ ਕਿ ਹਾਂ ਸਾਡਾ ਬੇਟਾ ਹੈ ਇਹ। ਉਹ ਇਲਾਕਾ ਸੀ ਜਿੱਥੇ ਨਨਹੀ ਰੂਹਾਂ ਨੂੰ ਜੰਮਣ ਤੋਂ ਪਹਿਲਾਂ ਹੀ ਬੋਝ ਸਮਝ ਕੇ ਕੁੱਪ ਹਨੇਰੇ ਖੂਹ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀ। ਅੱਜ ਉਥੋਂ ਦੀ ਹੀ 2 ਬੇਟੀਆਂ ਨੇ ਜੱਜ ਬਣ ਕੇ ਤਸਵੀਰ ਬਦਲ ਦਿੱਤੀ ਤੇ ਦੱਸ ਦਿੱਤਾ ਕਿ ਸਮਾਜ ਬਦਲ ਰਿਹਾ ਹੈ। ਲਈ ਮੇਰਾ ਸ਼ੁਰੂ ਤੋਂ ਏਮ ਸੀ ਜਦੋਂ ਮੈंने ਲਾਅ ਜੁਆਇਨ ਕੀਤੀ ਕਿ ਮੈਂ ਜੁਡੀਸ਼ੀਅਲ ਆਫਿਸਰ ਹੀ ਬਣਾ ਤੇ ਮੈਂ ਅੱਗੇ ਲੋਕਾਂ ਦਾ ਭਲਾ ਕਰਾਂ ਤੇ ਜੇ ਕੁੜੀਆਂ ਵਾਸਤੇ ਕੁਝ ਕਰ ਸਕਦੀ ਹਾਂ। ਔਰ ਵੈਸੇ ਵੀ ਮੈਂ ਆਪਣੇ ਦਾਦਾ ਜੀ ਨੂੰ ਸ਼ੁਰੂ ਤੋਂ ਦੇਖਿਆ, 3rd ਕਲਾਸ ਤੋਂ ਮੈਂ ਉਹਨਾਂ ਨੂੰ ਦੇਖਦੀ ਆ ਰਹੀ ਹਾਂ। ਤਾਂ ਮੇਰਾ ਇਹੀ ਸੀਗਾ ਕਿ ਮੈंने ਬਣਨਾ ਜੁਡੀਸ਼ੀਅਲ ਆਫਿਸਰ ਹੀ ਬਣਨਾ। ਤੇ ਜਸਟਿਸ ਅਸ਼ੋਕ ਭਾਨ ਵੀ ਨੇ ਇੱਕ ਆਪਣੇ ਏਰੀਆ ਤੋਂ ਜੋ ਬਹੁਤ ਉੱਪਰ ਗਏ ਨੇ, ਸੁਪਰੀਮ ਕੋਰਟ ਤੱਕ ਪਹੁੰਚੇ ਨੇ। ਤਾਂ ਮੇਰਾ ਦੂਸਰਾ ਇਹ ਹੈ ਕਿ ਮੈਂ ਵੀ ਉਹਨਾਂ ਵਾਂਗੂ ਉੱਪਰ ਤੱਕ ਜਾ ਸਕਾਂ, ਚਾਹੇ ਮੈਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਏਮ ਕਰਕੇ ਚੱਲ ਸਕਾਂ। ਹਾਂਜੀ, ਕੁੜੀਆਂ ਨਾਲ ਜਿਵੇਂ ਮੈਂ ਆਪਣੀ ਐਗਜ਼ਾਮਪਲ ਦੇ ਸਕਦੀ ਹਾਂ ਹੁਣ ਤਾਂ ਕਿ ਮੈਨੂੰ ਕੱਲ ਫੰਕਸ਼ਨਸ ਤੇ ਬੁਲਾਇਆ ਗਿਆ, ਤਾਂ ਮੈਂ ਇਹ ਕਹਿ ਸਕਦੀ ਹਾਂ ਕਿ ਹਾਂ ਕੁੜੀਆਂ ਵੀ ਮਾਂ-ਬਾਪ ਦਾ ਨਾਮ ਉੱਪਰ ਕਰਦੀਆਂ ਨੇ। ਜਿਵੇਂ ਹੋਰ ਵੀ PT ਊਸ਼ਾ ਵਰਗੀਆਂ ਔਰਤਾਂ ਵੀ ਰਹੀਆਂ ਨੇ, ਕਲਪਨਾ ਚਾਵਲਾ, ਰੇਨੂ ਗੋਇਲ ਜੋ ਪਾਤਰਾ ਦੀ ਹੈ ਦੂਸਰੀ ਮੇਰੇ ਨਾਲ ਹੀ ਜਿਹਨੇ ਕਲੀਅਰ ਕੀਤਾ ਐਗਜ਼ਾਮ। ਤਾਂ ਇਹ ਅਸੀਂ ਵੀ ਕੁੜੀਆਂ ਵੀ ਮਾਂ-ਬਾਪ ਦਾ ਨਾਮ ਰੋਸ਼ਨ ਕਰ ਸਕਦੀਆਂ ਨੇ, ਤਾਂ ਕੁੜੀਆਂ ਨੂੰ ਕੁਝ ਨਹੀਂ ਮਾਰਨਾ ਚਾਹੀਦਾ। ਸ਼ਹਿਰ ਭਰ ਦੇ ਲੋਕ ਇਹਨਾਂ ਦੇ ਮਾਪਿਆਂ ਨੂੰ ਵਧਾਈ ਦੇ ਰਹੇ ਨੇ। ਦੋਹਾਂ ਬੱਚਿਆਂ ਨੇ ਇਹ ਸਾਬਿਤ ਕੀਤਾ ਹੈ ਕਿ ਜੇਕਰ ਮਾਪੇ ਬੱਚਿਆਂ ਨੂੰ ਬੋਝ ਨਾ ਸਮਝਣ ਤਾਂ ਕੁੜੀਆਂ ਕੁਝ ਵੀ ਕਰ ਜਾਣ ਦਾ ਦਮ ਰੱਖਦੀਆਂ ਨੇ। ਜੀ ਕਿ ਵੀ ਲੜਕੀਆਂ ਨੂੰ ਭਰੂਣ ਹੱਤਿਆ ਬਿਲਕੁਲ ਨਹੀਂ ਕਰਨੀ ਚਾਹੀਦੀ ਤੇ ਲੜਕੀਆਂ ਨੇ ਜਿਹੜੀਆਂ ਬੇਟਿਆਂ ਨਾਲੋਂ ਵੱਧ ਨੇ ਜੀ। ਅੱਜ 2 ਬੇਟੀਆਂ ਨੇ ਅੱਜ ਆਪਣੇ ਪਾਤੜਾ ਮੰਡੀ ਦਾ ਨਾਂ ਚਮਕਾਇਆ ਜੀ ਇਹਨਾਂ ਨੇ। ਤੇ ਪਹਿਲਾਂ ਮੈਂ ਲੋਕਾਂ ਤੋਂ ਸੁਣਿਆ ਕਰਦੀ ਸੀ ਵੀ ਬੇਟੀ ਬਚਾਓ ਬੇਟੀ ਪੜ੍ਹਾਓ, ਪਰ ਅੱਜ ਮੈਂ ਵੀ ਇਹੀ ਲਫ਼ਜ਼ ਮੈਂ ਕਹਿਣਾ ਚਾਹੁੰਦੀ ਹਾਂ ਜੀ ਵੀ ਬੇਟੀ ਬਚਾਓ ਬੇਟੀ ਪੜ੍ਹਾਓ ਜੀ। ਵੀ ਬੇਟੀਆਂ ਬਹੁਤ ਹੀ 2 ਘਰਾਂ ਨੂੰ ਸਾਂਭਦੀਆਂ ਨੇ ਜੀ, ਬੇਟਾ ਇੱਕ ਨੂੰ ਸਾਂਭਦਾ ਜੀ। ਇਹ ਬੇਟੀਆਂ 2 ਘਰਾਂ ਨੂੰ ਸਾਂਭਦੀਆਂ ਨੇ, ਉਹ ਆਪਣੇ ਸੱਸ ਸਹੁਰਿਆਂ ਨੂੰ ਤਾਂ ਸਾਂਭਦੀਆਂ ਨੇ ਤੇ ਆਪਣੇ ਮੰਮੀ ਪਾਪਾ ਦਾ ਵੀ ਪਿੱਛੇ ਖਿਆਲ ਰੱਖਦੀਆਂ ਨੇਗੀਆਂ ਵੀ ਉਹ ਕਿਵੇਂ ਰਹਿ ਰਹੇ ਨੇਗੇ। 2 ਬੱਚੀਆਂ ਨੇ, ਇਸ ਤੋਂ ਪਹਿਲਾਂ ਇੱਕ ਕਕਰਾਲੇ ਦੀ ਬੱਚੀ ਹੈ, ਉਹ ਹੈਂਡੀਕੈਪਟ ਹੈ ਤੇ ਹੈਂਡੀਕੈਪਟ ਹੋਣ ਦੇ ਨਾਤੇ ਵੀ ਉਹਨੇ ਜਾਣੀ ਕਿ ਇੱਕ ਜੱਜ ਦੀ ਜਿਹੜੀ ਪਦਵੀ ਹੈ ਉਹ ਹਾਸਲ ਕੀਤੀ। ਤੇ ਹੁਣ ਜਿਹੜੀਆਂ ਪਾਤੜਾਂ ਦੀਆਂ 2 ਲੜਕੀਆਂ ਨੇ, ਇਹਨਾਂ ਨੇ ਲੋਕਾਂ ਨੂੰ ਇੱਕ ਨਵਾਂ ਰਾਹ ਦਿਖਾਇਆ ਹੈ ਕਿ ਵੀ ਦੇਖੋ ਤੁਸੀਂ ਤੇ ਧੀਆਂ ਨੂੰ ਜਾਣੀ ਕਿ ਕੁੱਖ ਵਿੱਚ ਮਾਰ ਕੇ ਤੇ ਧੀਆਂ ਦਾ ਵਿਨਾਸ਼ ਕਰਨਾ ਚਾਹੁੰਦੇ ਸੀਗੇ, ਪਰ ਲੇਕਿਨ ਅਸੀਂ ਧੀਆਂ ਅਜਿਹੀਆਂ ਕਿ ਅਸੀਂ ਆਪਣੇ ਮਾਂ-ਬਾਪ ਦੀ ਜਿੱਥੇ ਨਾਮ ਰੋਸ਼ਨ ਕੀਤਾ ਹੈ ਉੱਥੇ ਅਸੀਂ ਇਲਾਕੇ ਦਾ ਨਾਮ ਵੀ ਰੋਸ਼ਨ ਕਰ ਰਹੇ ਹਾਂ। ਹੁਣ ਚੱਲਦੇ ਹਾਂ ਪਟਿਆਲਾ, ਜਿੱਥੇ ਦੀ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਦੀ ਬੇਟੀ ਵਿਸ਼ਵਜੋਤੀ ਸ਼ਰਮਾ ਨੇ ਜੁਡੀਸ਼ੀਅਲ ਪ੍ਰੀਖਿਆ ਦੇ ਵਿੱਚ 38ਵਾਂ ਥਾਂ ਹਾਸਿਲ ਕੀਤਾ। मैंने अपनी BA LLB ਤੇ LLM ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਤੋਂ ਕੀਤੀ ਹੈ ਤੇ LLM ਦੇ ਵਿੱਚ ਵੀ ਆਈ ਗॉट 3 ਗੋਲਡ ਮੈਡਲਸ। ਤੇ ਮੇਰੇ ਪੇਰੈਂਟਸ ਦਾ ਬਹੁਤ ਸਪੋਰਟ ਸੀ ਤੇ ਡਿਟਰਮੀਨੇਸ਼ਨ ਵੀ ਸੀ ਤੇ ਬਾਈ ਗॉड्स ग्रेस ਮੇਰਾ ਕਲੀਅਰ ਹੋ ਗਿਆ, ਸੋ ਆਮ ਵੈਰੀ ਹੈਪੀ। Was it your first attempt या कितना? Sir, it was my second attempt in Punjab. पहला attempt ਕੀ ਸੀਗਾ? ਪਹਿਲਾ ਅਟੈਂਪਟ ਸਰ ਮੈਂ 2011 ਚ ਜਦੋਂ ਮੈਂ ਪਾਸ ਆਊਟ ਕੀਤਾ ਸੀ LLB ਚੋਂ, ਉਦੋਂ ਕੀਤਾ ਸੀ ਐਂਡ ਸਾਈਮਲਟੇਨੀਅਸਲੀ ਮੈਂ ਨਾਲ LLM ਵੀ ਕਰ ਰਹੀ ਸੀ
ਤੇ ਉਸ ਟਾਈਮ ਮੈਨੇ ਪੇਪਰ ਦਿੱਤਾ ਸੀਗਾ, ਮੇਨਸ ਦਾ ਦਿੱਤਾ ਸੀ ਪਰ ਮੇਨਸ ਕਲੀਅਰ ਨਹੀਂ ਹੋਇਆ ਸੀ ਉਸ ਟਾਈਮ, ਪ੍ਰੀਲਿਮਸ ਕਲੀਅਰ ਸੀ। ਸੈਟੀਸਫੈਕਸ਼ਨ ਹੈ ਜਾਂ ਕੋਈ ਹੋਰ ਅੱਗੇ ਅਪੀਲ ਹੋਣਾ ਕਿਤੇ? ਨਹੀਂ ਸਰ, ਮੇਰਾ ਏਮ ਇਹੀ ਸੀ ਤੇ ਮੈਂ ਇਸ ਲਾਈਨ 'ਚ ਹੀ ਅੱਗੇ ਵਧਣ ਦੀ ਪੂਰੀ ਕੋਸ਼ਿਸ਼ ਕਰੂੰਗੀ ਤੇ ਪਰ ਜੁਡੀਸ਼ੀਅਲ ਆਫੀਸਰ ਬਣਨਾ ਹੀ ਮੇਰਾ ਮੇਨ ਏਮ ਸੀ ਤੇ ਅੱਜ ਅਚੀਵ ਹੋ ਗਿਆ। ਸੋ ਕਾਰਨ ਕੀ ਸੀ ਜੁਡੀਸ਼ੀਅਲ ਆਫੀਸਰ ਬਣਨ ਦਾ? ਕੀ ਕਾਰਨ ਸੀ? ਘਰ 'ਚੋਂ ਕੋਈ ਸਪੋਰਟ ਸੀਗੀ? ਘਰ 'ਚ ਕੋਈ ਵਕੀਲ ਹੈਗਾ ਪਹਿਲਾਂ ਕੋਈ? ਹਾਂਜੀ ਹਾਂ ਸਰ, ਮੇਰੇ ਬ੍ਰਦਰ ਹੈ, ਮੇਰੇ ਕਜ਼ਨਸ ਹੈ, ਉਹ ਇਸ ਲਾਈਨ 'ਚ ਹੀ ਨੇ। ਮੇਰੇ ਚਾਚਾ ਜੀ ਨੇ ਹੀ ਸੈਸ਼ਨ ਜੱਜ ਜਲੰਧਰ ਤੇ ਬੜਾ ਮੈਂ ਉਹਨਾਂ ਤੋਂ ਇੰਸਪਾਇਰ ਸੀ ਬਹੁਤ ਤੇ ਮੈਨੂੰ ਇਸ ਲਾਈਨ 'ਚ ਇੰਟਰਸਟ ਵੀ ਸੀ ਤੇ ਇਸ ਲਈ ਮੈंने ਇਸ ਨੂੰ ਅੱਗੇ ਪਰਸਿਊ ਕੀਤਾ। ਮੈਂ ਇਹ ਕਹਿਣਾ ਚਾਹਾਂਗਾ ਕਿ ਹਰ ਬੱਚਾ ਇਸ ਤਰ੍ਹਾਂ ਦੀ ਮਿਹਨਤ ਕਰੇ ਤੇ ਉਹ ਸਫਲ ਹੋ ਸਕਦਾ ਹੈ। ਤੁਸੀਂ ਮਤਲਬ ਕਿੰਨੀ ਸਪੋਰਟ ਤੁਹਾਡੇ ਵੱਲੋਂ ਸੀਗੀ ਬੇਟੀ? ਸਾਡੇ ਵੱਲੋਂ ਤਾਂ ਜੋ ਪੇਰੈਂਟਸ ਨੂੰ ਸਾਡੇ ਲਾਈਨ ਤਾਂ ਹੈ ਨਹੀਂ ਸੀ ਇਹ, ਜੋ ਸਪੋਰਟ ਸੀ ਅਸੀਂ ਕਰੀ ਗਏ, ਜੋ ਮਾਪੇ ਕਰਦੇ ਨੇ ਜਿਹਨਾਂ ਨੂੰ। ਜੀ, ਮੈਂ ਇਹੀ ਗੱਲ ਕਹਿਣੀ ਚਾਹੁੰਦੀ ਹਾਂ ਜੀ ਵੀ ਹਰ ਪੇਰੈਂਟਸ ਨੂੰ ਧੀਆਂ ਨੂੰ ਨਾ ਪੁੱਤਰਾਂ ਦੇ ਬਰਾਬਰ ਅਧਿਕਾਰ ਦੇਣਾ ਚਾਹੀਦਾ ਤਾਂ ਕਿ ਸਾਡਾ ਸਮਾਜ, ਸਾਡਾ ਦੇਸ਼, ਸਾਡੀ ਕੌਮ। ਇਹੀ ਗੱਲ ਕਹਿਣੀ ਚਾਹੁੰਦੀ ਹਾਂ ਜੀ ਵੀ ਹਰ ਪੇਰੈਂਟਸ ਨੂੰ ਧੀਆਂ ਨੂੰ ਨਾ ਪੁੱਤਰਾਂ ਦੇ ਬਰਾਬਰ ਅਧਿਕਾਰ ਦੇਣਾ ਚਾਹੀਦਾ ਤਾਂ ਕਿ ਸਾਡਾ ਸਮਾਜ, ਸਾਡਾ ਦੇਸ਼, ਸਾਡੀ ਕੌਮ, ਸਾਡਾ ਮੁਲਕ, ਹਰ ਚੀਜ਼ ਸਾਡੀ ਉੱਪਰ ਜਾਵੇ ਤੇ ਤਰੱਕੀ ਕਰੇ। ਪਟਿਆਲਾ ਤੋਂ ਬਾਅਦ ਚੱਲਦੇ ਹਾਂ ਮਲੇਰਕੋਟਲਾ, ਜਿੱਥੇ ਵੀ ਅੰਕਿਤਾ ਮਿੱਤਲ ਨੇ ਜੁਡੀਸ਼ੀਅਲ ਪ੍ਰੀਖਿਆ ਦੇ ਵਿੱਚ 31ਵਾਂ ਸਥਾਨ ਹਾਸਲ ਕੀਤਾ। ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ ਹੀ ਜ਼ਿਆਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਦੀ ਦੁਆ ਦੀ ਬਦੌਲਤ, ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਮੇਰੀ ਬੱਚੀ ਨੇ ਇਹ ਮੁਕਾਮ ਹਾਸਲ ਕੀਤਾ ਹੈ। ਬਹੁਤ ਖੁਸ਼ੀ ਹੈ ਕਿ ਮੇਰੀ ਬੇਟੀ ਨੇ ਇੰਨੀ ਛੋਟੀ ਜੀ ਉਮਰ ਦੇ ਵਿੱਚ ਇੰਨਾ ਕੁਝ ਅਚੀਵ ਕਰਿਆ ਔਰ ਸਭ ਦੀ ਸਪੋਰਟ ਸਾਡੇ ਸ਼ਹਿਰ ਵਾਲਿਆਂ ਦੀ ਸਾਡੇ ਨਾਲ ਹੈ ਔਰ ਸਭ ਦੁਆ ਕਰ ਰਹੇ ਸੀਗੇ ਕਿ ਸਾਡੀ ਬੇਟੀ ਨੂੰ ਕਾਮਯਾਬੀ ਮਿਲੇ ਔਰ ਅੱਜ ਉਹ ਦਿਨ ਆਇਆ। ਸਾਨੂੰ ਬਹੁਤ ਖੁਸ਼ੀ ਹੈ। ਪੰਜਾਬ ਦੀ ਇਹਨਾਂ ਜੱਜਸ ਨੂੰ ਦੇਖਣ ਲੋਕ ਦੂਰ ਦਰਾਡਿਓਂ ਆ ਰਹੇ ਨੇ। ਸਾਡਾ ਪੂਰੇ ਸ਼ਹਿਰ ਵਾਸੀਆਂ ਦੇ ਵਿੱਚ ਹਰਸ਼ ਉਲਾਸ ਦਾ ਮਾਹੌਲ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਹੋਰ ਚਾਰ ਚੰਦ ਲਾਉਣ 'ਚ ਸਾਡੀ ਬੇਟੀ ਨੇ ਆਪਣਾ ਪਰਮਾਤਮਾ ਤੋਂ ਆਸ਼ੀਰਵਾਦ ਕਬੂਲ ਕੀਤਾ। ਅਸੀਂ ਪ੍ਰਭੂ ਦੇ ਵੀ ਬਹੁਤ ਸ਼ੁਕਰਗੁਜ਼ਾਰ ਹਾਂ। ਸਾਰੇ ਸ਼ਹਿਰ ਵਾਸੀਆਂ ਨੇ ਆਪਣੀਆਂ ਦੁਆਵਾਂ ਨਾਲ ਸਾਡਾ ਬੱਚਾ ਸਿਲੈਕਟ ਹੋਇਆ। ਅਸੀਂ ਸ਼ਹਿਰ ਵਾਸੀਆਂ ਦੀ ਵੀ ਸਨਾਤਨ ਧਰਮ ਸਭਾ ਵੱਲੋਂ ਇਸ ਗੱਲ ਦੀ ਨਹੀਂ ਹੈ, ਜੇ ਉਹਨਾਂ ਸਭ ਦਾ ਆਸ਼ੀਰਵਾਦ ਸਾਡੇ ਨਾਲ ਸੀ ਤਾਂ ਸਾਡੇ ਬੱਚੇ ਦੀ ਸਿਲੈਕਸ਼ਨ। ਸਾਲ 2015 ਦੀ ਇਹ ਉਹ ਸਮਾਜ ਸੁਧਾਰਕ ਵਾਲੀ ਪਹਿਲ ਦਿਖੀ ਜਿਸ ਨੇ ਇਹ ਸਾਬਿਤ ਕਰ ਦਿੱਤਾ ਕਿ ਧੀਆਂ ਬੋਝ ਨਹੀਂ, ਬਸ ਤਲਾਸ਼ ਸਿਰਫ ਇੱਕ ਮੌਕੇ ਦੀ ਹੈ। ਉਹ ਮੌਕੇ ਤੇ ਚੌਕਾ ਲਗਾਉਣ ਤੋਂ ਗੁਰੇਜ਼ ਨਹੀਂ ਕਰਦੀਆਂ। ਜਾਂਦੇ ਜਾਂਦੇ ਹੁਣ ਗੱਲ ਕਰਦੇ ਜਾਂਦੇ ਹਾਂ ਸੋਸ਼ਲ ਮੀਡੀਆ ਅਤੇ ਅੱਜ ਦੀ ਟੈਕਨੋਲੋਜੀ ਦੀ। ਟੈਕਨੋਲੋਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ, ਦੁਨੀਆ ਨੂੰ ਇੱਕ ਧਾਗੇ ਵਿੱਚ ਪਿਰੋ ਦਿੱਤਾ ਹੈ, ਦੁਨੀਆ ਨੂੰ ਤਾਂ ਨੇੜੇ ਲਿਆਂਦਾ ਹੈ ਪਰ ਆਪਣਿਆਂ ਤੋਂ ਦੂਰ ਕਰ ਦਿੱਤਾ ਹੈ। ਪੇਸ਼ ਹੈ ਇਸ ਤੇ ਇੱਕ ਖਾਸ ਰਿਪੋਰਟ। ਅੱਜਕੱਲ ਦੇ ਦੌਰ ਵਿੱਚ ਹਰ ਵਿਅਕਤੀ ਸੋਸ਼ਲ ਮੀਡੀਆ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਚੁੱਕਿਆ ਹੈ। ਉਹ ਭਾਵੇਂ ਨੌਜਵਾਨ ਹੋਵੇ, ਬੱਚਾ, ਬ੍ਰਿਧ ਜਾਂ ਔਰਤਾਂ ਹੋਣ, ਅੱਜਕੱਲ ਲਗਭਗ ਸਾਰਿਆਂ ਦੇ ਕੋਲ ਮੋਬਾਈਲ ਹੈ ਤੇ ਹਰ ਕੋਈ ਆਪਣਾ ਹਰ ਕੰਮ ਤੇ ਟਾਈਮ ਪਾਸ ਮੋਬਾਈਲ ਵਿੱਚ ਕਰਨ ਦੇ ਵਿੱਚ ਜੁਟਿਆ ਹੋਇਆ ਹੈ। ਲੋਕਾਂ ਦੀ ਇਸ ਆਦਤ ਦਾ ਜਿੱਥੇ ਉਹਨਾਂ ਨੂੰ ਫਾਇਦਾ ਪਹੁੰਚਿਆ, ਉੱਥੇ ਹੀ ਨੁਕਸਾਨ ਵੀ ਹੋ ਰਿਹਾ ਹੈ। ਹਰ ਕੋਈ ਅੱਜਕੱਲ ਆਪਣੇ ਮੋਬਾਈਲ ਦੇ ਜ਼ਰੀਏ WhatsApp, Facebook ਤੇ Twitter ਦੇ ਵਿੱਚ ਇੰਨਾ ਵਿਅਸਤ ਹੋ ਚੁੱਕਿਆ ਹੈ ਕਿ ਲੋਕਾਂ ਦਾ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਤਾਲਮੇਲ ਖਤਮ ਹੁੰਦਾ ਜਾ ਰਿਹਾ ਹੈ। ਪਰਿਵਾਰ ਦੇ ਵਿੱਚ ਇਕੱਠੇ ਰਹਿਣ ਦੇ ਬਾਵਜੂਦ ਵੀ ਪਰਿਵਾਰਕ ਮੈਂਬਰ ਆਪਣੇ ਆਪ ਨੂੰ ਇੱਕ ਦੂਜੇ ਤੋਂ ਦੂਰ ਮਹਿਸੂਸ ਕਰਦੇ ਨੇ। ਜਦੋਂ ਦੀ ਇਲੈਕਟ੍ਰੋਨਿਕ ਮੀਡੀਆ ਆਈ ਹੈ, ਸਪੈਸ਼ਲੀ ਮੋਬਾਈਲ ਫੋਨਸ ਵਗੈਰਾ, ਹਰ ਕੋਈ ਅਗਰ 4 ਮੈਂਬਰਸ ਹੈਗੇ ਫੈਮਿਲੀ ਵਿੱਚ, ਚਾਰਾਂ ਕੋਲੇ ਆਪਣੇ ਆਪਣੇ ਫੋਨਸ ਹੈ, ਉਹ ਆਪਣੇ ਵਿੱਚ ਹੀ ਬਿਜ਼ੀ ਹੈ। ਅਗਰ ਆਪਾਂ ਇਕੱਠੇ ਬੈਠ ਕੇ ਨਾਸ਼ਤਾ ਵੀ ਕਰ ਰਹੇ ਹਾਂ ਜਾਂ ਲੰਚ ਡਿਨਰ ਕੁਝ ਵੀ ਕਰ ਰਹੇ ਹਾਂ, ਉਦੋਂ ਵੀ ਇਹੀ ਹੈ, ਸਭ ਆਪਣਾ ਖਾਣਾ ਵੀ ਖਾ ਰਿਹਾ ਨਾਲ ਫੋਨ ਵਿੱਚ, ਕੋਈ ਬੈਠ ਕੇ ਕੋਈ ਗੱਲਾਂ ਨਹੀਂ ਕਰਦਾ, ਕੋਈ ਹੱਸੀ ਮਜ਼ਾਕ ਨਹੀਂ ਕਰਦਾ। ਪਹਿਲੇ ਸਾਰੇ ਇਕੱਠੇ ਹੁੰਦੇ ਸੀ, ਗੱਲਾਂ ਮਾਰਦੇ ਸੀਗੇ, ਐਵੇਂ ਖੁਸ਼ ਹੁੰਦੇ ਸੀ ਜ਼ਿਆਦਾ, ਬਲਕਿ ਵਧੀਆ ਸਿਹਤਾਂ ਵੀ ਵਧੀਆ ਰਹਿੰਦੀਆਂ ਸੀ। ਹੁਣ ਸਾਰਾ ਦਿਨ ਸਾਰੇ ਯਾਨੀ ਮੋਬਾਈਲ 'ਚ ਲੱਗੇ ਰਹਿੰਦੇ, ਆਪਣੇ ਕਮਰਿਆਂ ਵਿੱਚ ਬੈਠੇ ਆਪਣਾ ਫੋਨ ਚਲਾਉਂਦੇ ਰਹਿੰਦੇ, ਕਦੇ WhatsApp ਹੋ ਗਿਆ, ਕਦੇ Facebook ਹੋ ਗਿਆ। ਉਹਦੇ ਨਾਲ ਦਿਲਾਂ ਵਿੱਚ ਦੂਰੀਆਂ ਵੀ ਵਧੀ ਜਾਂਦੀਆਂ। ਇਹ ਹੈ ਬਠਿੰਡਾ ਵਿੱਚ ਰਹਿਣ ਵਾਲਾ ਭੂਸ਼ਣ ਗਰਗ ਦਾ ਪਰਿਵਾਰ, ਜਿਸ ਵਿੱਚ ਕੁੱਲ 5 ਮੈਂਬਰ ਨੇ। ਸਾਰਿਆਂ ਦੇ ਕੋਲ ਆਪਣੇ ਆਪਣੇ ਮੋਬਾਈਲ ਨੇ,
ਸਾਰਾ ਪਰਿਵਾਰ ਇਕੱਠਾ ਰਹਿੰਦਾ ਹੈ, ਪਰ ਹਰ ਮੈਂਬਰ ਆਪਣੇ ਮੋਬਾਈਲ ਤੇ ਹੀ ਜ਼ਿਆਦਾ ਵਕਤ ਵਿਖਾਈ ਦਿੰਦਾ ਹੈ। ਕੋਈ WhatsApp ਚਲਾ ਰਿਹਾ ਹੈ, ਕੋਈ Facebook ਦਾ ਇਸਤੇਮਾਲ ਕਰ ਰਿਹਾ ਹੈ ਤੇ ਕੋਈ ਮੋਬਾਈਲ ਤੇ ਫਿਲਮਾਂ ਵੇਖਣ ਦੇ ਵਿੱਚ ਰੁੱਝਿਆ ਹੋਇਆ ਹੈ, ਜਿਸ ਕਾਰਨ ਪਰਿਵਾਰ ਦੇ ਮੈਂਬਰ ਇੱਕ ਦੂਜੇ ਨਾਲ ਗੱਲਬਾਤ ਵੀ ਨਹੀਂ ਕਰ ਪਾਉਂਦੇ ਅਤੇ ਇਸੇ ਕਰਕੇ ਆਪਸ ਵਿੱਚ ਤਾਲਮੇਲ ਵੀ ਨਹੀਂ ਬਣ ਪਾ ਰਿਹਾ ਹੈ। ਬੰਦਾ ਮਿਲਵਰਤਨ ਬਹੁਤ ਘਟ ਗਿਆ ਜੀ। ਕੋਈ ਬੰਦਾ ਕੰਮ ਕਰਕੇ ਖੁਸ਼ ਨਹੀਂ ਤੇ WhatsApp ਤੇ ਲੱਗਿਆ ਰਹਿੰਦਾ ਹੈਗਾ। ਸਟੂਡੈਂਟ ਵਾਲੀ ਪੜ੍ਹਾਈ ਕਰਨੇ ਧਿਆਨ ਨਹੀਂ ਦਿੰਦੇ ਤੇ WhatsApp ਤੇ ਲੱਗੇ ਰਹਿੰਦੇ ਸਾਰੇ ਬਸ ਜਦੋਂ ਵੀ ਫ੍ਰੀ ਹੁੰਦੇ ਉਹਨਾਂ ਹੱਥ 'ਚ ਮੋਬਾਈਲ ਹੀ ਹੁੰਦਾ ਜੀ। ਇਹ ਪੜ੍ਹਨ ਦਾ ਟਾਈਮ ਵੀ ਉਹਨਾਂ ਮੋਬਾਈਲ ਹੀ ਲੈ ਕੇ ਬੈਠੇ ਜਾਂਦੇ ਹੈਗੇ। ਹਾਂ, ਇੱਕ ਪਾਸੇ ਰੋਟੀ ਪਈ ਹੁੰਦੀ ਹੈ ਤੇ ਇੱਕ ਪਾਸੇ ਮੋਬਾਈਲ ਤੇ ਉਂਗਲਾਂ ਮਾਰੀ ਜਾਂਦੇ ਆ ਜੀ। ਪਹਿਲਾਂ ਅਜਿਹਾ ਜ਼ਮਾਨਾ ਸੀ ਕਿ ਪਰਿਵਾਰ ਦੇ ਸਾਰੇ ਮੈਂਬਰ ਘਰ ਵਿੱਚ ਜ਼ਿਆਦਾਤਰ ਇਕੱਠੇ ਬੈਠਦੇ ਸਨ, ਭਾਵੇਂ ਉਹ ਖਾਣੇ ਦੀ ਟੇਬਲ ਹੋਵੇ ਜਾਂ ਫਿਰ ਬੈੱਡਰੂਮ ਹੋਵੇ ਜਾਂ ਫਿਰ ਇਕੱਠੇ ਬੈਠ ਕੇ ਗੱਲਬਾਤ ਕਰਨ ਦਾ ਸਿਲਸਿਲਾ ਹੋਵੇ। ਪਰਿਵਾਰ ਵਿੱਚ ਸਲਾਹ ਮਸ਼ਵਰਾ ਆਮ ਚੀਜ਼ਾਂ ਸਨ, ਜਿਸ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਆਪਸੀ ਪਿਆਰ ਕਾਇਮ ਰਹਿੰਦਾ ਸੀ ਤੇ ਨਜ਼ਦੀਕੀਆਂ ਵੀ ਵੱਧਦੀਆਂ ਸਨ। ਪਰ ਹੁਣ ਤਸਵੀਰ ਅਜਿਹੀ ਵੇਖਣ ਨੂੰ ਮਿਲ ਰਹੀ ਹੈ ਕਿ ਖਾਣੇ ਦੇ ਟੇਬਲ ਜਾਂ ਬੈੱਡਰੂਮ ਦੇ ਵਿੱਚ ਵੱਖੋ-ਵੱਖ ਮੋਬਾਈਲ ਦੇ ਵਿੱਚ ਰੁੱਝੇ ਹੁੰਦੇ ਨੇ ਪਰਿਵਾਰਕ ਮੈਂਬਰ। ਅੱਜਕੱਲ ਆਪਣੇ 2 ਬੱਚੇ ਆ ਤੇ ਦੋਨਾਂ ਕੋਲ ਮੋਬਾਈਲ ਅਲੱਗ-ਅਲੱਗ ਹੋਣਗੇ ਜੀ ਤੇ ਮੈਸੇਜ ਕੋਲ ਵੀ ਅਲੱਗ ਹੋਊਗਾ ਤੇ ਉਹ ਚਾਰੇ ਜਣੇ ਆਪਾਂ ਬੈਠ ਕੇ ਵੀ ਗੱਲਾਂ ਬਾਤਾਂ ਤਾਂ ਕੀ ਕਰਨੀਆਂ, ਚਾਰੇ ਆਦਾ WhatsApp ਖੋਲ ਕੇ ਕੋਈ ਡਾਊਨਲੋਡਿੰਗ ਦੇ ਕਰੀ ਜਾਊਗਾ, ਕੋਈ WhatsApp ਪੜ੍ਹੀ ਜਾਊਗਾ ਜੀ, ਕੋਈ ਆਪਸ 'ਚ ਗੱਲਾਂ ਨਹੀਂ ਕਰਦਾ ਜੀ। ਬਸ WhatsApp ਹੀ ਮੇਨ ਅੱਜਕੱਲ ਚੀਜ਼ ਹੋ ਗਈ। ਆਪਾਂ ਪਰਿਵਾਰ 'ਚ ਪਹਿਲਾਂ ਵਿਹਲੇ ਹੁੰਦੇ ਸੀਗੇ ਤਾਂ ਸਾਰੇ ਜਣੇ ਇਕੱਠੇ ਬੈਠ ਕੇ ਗੱਲਾਂ ਮਾਰਦੇ ਸੀ, ਇਕੱਠੇ ਬੈਠ ਕੇ ਰੋਟੀ ਖਾਂਦੇ ਸੀਗੇ ਤੇ ਹੁਣ ਇਸ ਤਰ੍ਹਾਂ ਗੱਲਾਂ ਸਾਰੀਆਂ ਖਤਮ ਹੋ ਗਈਆਂ ਤੇ ਹੁਣ ਹਰੇਕ ਬੰਦਾ ਵੀ ਆਪਦਾ ਮੋਬਾਈਲ ਲੈ ਕੇ ਇੱਕ ਹੁੰਜੇ ਲੱਗ ਕੇ ਬੈਠ ਕੇ ਡਾਊਨਲੋਡ ਕਰੀ ਜਾਂਦਾ, ਦੇਖੀ ਜਾਂਦਾ ਵੀ ਇੱਕ ਪਰਿਵਾਰ 'ਚ ਇਕੱਠੇ ਰਹਿ ਕੇ ਆਪਾਂ ਸਾਰੇ ਦੂਰ ਹੋਏ ਪਏ ਆ। ਬੇਸ਼ੱਕ ਇੰਟਰਨੈਟ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਕਾਫੀ ਫਾਇਦਾ ਪਹੁੰਚ ਰਿਹਾ ਹੈ ਤੇ ਇਸ ਨਾਲ ਟਾਈਮ ਪਾਸ ਵੀ ਚੰਗਾ ਹੋ ਰਿਹਾ ਹੈ, ਪਰ ਸੋਸ਼ਲ ਮੀਡੀਆ ਦੇ ਇਸ ਮਾਧਿਅਮ ਰਾਹੀਂ ਪਰਿਵਾਰਕ ਮੈਂਬਰਾਂ ਦੇ ਵਿੱਚ ਦੂਰੀਆਂ ਵਧਣਾ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਲਈ ਆਮ ਲੋਕਾਂ ਨੂੰ ਹੀ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਉਮੀਦ ਕਰਦੇ ਹਾਂ ਕਿ ਇੱਕ ਨਵੇਕਲੀ ਕੋਸ਼ਿਸ਼ ਦੀ ਇਹਨਾਂ ਅਜਬ ਗਜਬ ਲੜੀ ਦੇ ਤੁਹਾਡਾ ਮਨੋਰੰਜਨ ਖੂਬ ਕੀਤਾ।